ਮੁੜ ਮੁੜ ਮੁਹੱਬਤ ਦਾ ਇਜ਼ਹਾਰ ਨਾ ਕਰ, ਤੂੰ ਮੁੜ ਮੁੜ ਕੇ ਮੁਹੱਬਤ ਦਾ ਇਜ਼ਹਾਰ ਨਾ ਕਰ, ਅਸੀਂ ਤਾਂ ਦੀਵਾਨੇ ਹਾਂ ਤੂੰ ਪਿਆਰ ਨਾ ਕਰ। ਮੁੜ ਮੁੜ ਕੇ ਤੂੰ ਮੁਹੱਬਤ ਦਾ ਇਜ਼ਹਾਰ ਨਾ ਕਰ, ਅਸੀਂ ਤਾਂ ਦੀਵਾਨੇ ਹਾਂ ਤੂੰ ਪਿਆਰ ਨਾ ਕਰ। ਤੂੰ ਦੇਵੇਂਗਾ ਛਾਵਾਂ ਉਹ ਤੋੜ ਦੇਣਗੇ ਪੱਤੇ, ਤੂੰ ਦੇਵੇਂਗਾ ਛਾਵਾਂ ਉਹ ਤੋੜ ਦੇਣਗੇ ਪੱਤੇ, ਘੇਰਾਈਆਂ ਤੇ ਬਹੁਤਾ ਵੀ ਇਤਬਾਰ ਨਾ ਕਰ, ਘੇਰਾਈਆਂ ਤੇ ਵੀ ਬਹੁਤਾ ਇਤਬਾਰ ਨਾ ਕਰ। ਅਸੀਂ ਤੈਨੂੰ ਔੜਾਂ ਵਿੱਚ ਹੰਝੂਆਂ ਨਾਲ ਸਿੰਜਿਆ, ਅਸੀਂ ਤੈਨੂੰ ਔੜਾਂ ਵਿੱਚ ਹੰਝੂਆਂ ਨਾਲ ਸਿੰਜਿਆ, ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ, ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ। ਉਹ ਦਿੰਦਾ ਹੈ ਮੈਨੂੰ ਹਯਾਤੀ ਦੇ ਸੁਪਨੇ, ਉਹ ਦਿੰਦਾ ਹੈ ਮੈਨੂੰ ਹਯਾਤੀ ਦੇ ਸੁਪਨੇ, ਤੇ ਕਹਿੰਦਾ ਹੈ ਸਾਹਾਂ ਤੇ ਇਤਬਾਰ ਨਾ ਕਰ। ਖਿਜਾਵਾਂ ਵਿੱਚ ਕਰਦਾ ਏ ਛਾਵਾਂ ਦੇ ਵਾਅਦੇ, ਖਿਜਾਵਾਂ ਵਿੱਚ ਕਰਦਾ ਏ ਛਾਵਾਂ ਦੇ ਵਾਅਦੇ, ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ, ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ। ਤੂੰ ਮੁੜ ਮੁੜ ਕੇ ਮੁਹੱਬਤ ਦਾ ਇਜ਼ਹਾਰ ਨਾ ਕਰ, ਅਸੀਂ ਤਾਂ ਦੀਵਾਨੇ ਹਾਂ ਤੂੰ ਪਿਆਰ ਨਾ ਕਰ। ਹਾਜ਼ਰੀਨ, ਪੰਜਾਬੀ ਦੀ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਇਸ ਗਜ਼ਲ ਦੇ ਨਾਲ SSTV ਦੇ ਹਫਤਾਵਾਰੀ ਰੋਜ਼ ਪ੍ਰੋਗਰਾਮ ਲੋਕ ਆਵਾਜ਼ ਵਿੱਚ ਤੁਹਾਡਾ ਹੀਰਾ ਰੰਧਾਵਾ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ। ਹਾਜ਼ਰ ਹਾਂ ਤੁਹਾਡੇ ਕਚਹਿਰੀ ਵਿੱਚ ਇੱਕ ਹਫ਼ਤੇ ਦੀ ਉਡੀਕ ਮਗਰੋਂ। ਮੇਰਾ ਖਿਆਲ ਹੈ ਕਿ ਸਾਰੇ ਘਰਾਂ ਵਿੱਚ ਬੈਠੇ ਆਨੰਦ ਮਾਣ ਰਹੇ ਹੋਵੋਗੇ। ਕਰੋਨਾ ਕੋਵਿਡ ਦੀ ਇਸ ਅਣਕਿਆਸੀ ਕੈਦ ਵਿੱਚ ਜ਼ਿੰਦਗੀ ਤੜਕ ਰਹੀ ਹੋਵੇਗੀ। ਹਾਜ਼ਰੀਨ, ਇਹ ਸਾਡਾ ਪ੍ਰੋਗਰਾਮ ਜਿੱਥੇ ਤੁਸੀਂ ਇਸ ਵੇਲੇ ਰੇਡੀਓ ਸੁਰ ਸਾਗਰ ਉੱਤੇ ਲਾਈਵ ਸੁਣ ਰਹੇ ਹੋ, ਉੱਥੇ TV ਰੇਡੀਓ ਦੋਵਾਂ ਦੇ ਉੱਤੇ ਹੀ ਲਾਈਵ ਹੈ। TV ਸੁਰ ਸਾਗਰ ਹੈ, ਇਸ ਉੱਤੇ ਤਾਂ ਲਾਈਵ ਆ ਹੀ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਪ੍ਰੋਗਰਾਮ ਬੈਲ 5 TV ਚੈਨਲ 823, ਰੋਜ਼ਰਸ TV ਚੈਨਲ 851, ਕੋਗੈਕੋ ਚੈਨਲ ਨੰਬਰ 106 ਤੇ ਇਹਦੇ ਨਾਲ IPTV ਬਾਕਸ ਉੱਪਰ ਵੀ ਤੁਸੀਂ ਲਾਈਵ ਵੇਖ ਰਹੇ ਹੋ। ਇਸ ਦੇ ਨਾਲ ਹੀ ਇਸ ਨੂੰ ਫੇਸਬੁੱਕ ਉੱਤੇ, YouTube ਉੱਤੇ ਵੀ ਤੁਸੀਂ ਇਸ ਦਾ ਆਨੰਦ ਮਾਣ ਸਕਦੇ ਹੋ। ਅਕਸਰ ਤੁਹਾਡੇ ਫੋਨ ਆਉਂਦੇ ਨੇ, ਤੁਹਾਡੇ ਮੈਸੇਜ ਆਉਂਦੇ ਨੇ। ਕੋਈ ਵੀ ਤੁਹਾਡੇ ਦਿਲ ਦੇ ਵਿੱਚ ਕੋਈ ਗੱਲ ਆਵੇ ਤਾਂ ਜ਼ਰੂਰ ਫੋਨ ਕਰ ਲਿਆ ਕਰੋ। ਮੇਰਾ ਨਿੱਜੀ ਫੋਨ 416 319 0551 ਹੈ। ਇਸ ਦੇ ਨਾਲ ਹੀ ਸਟੂਡੀਓ ਦਾ ਫੋਨ 416 741 9600 ਹੈ। ਤੁਸੀਂ ਕਿਸੇ ਵੀ ਕਿਸਮ ਦੀ ਤੁਹਾਡੇ ਦਿਲ ਦੇ ਵਿੱਚ ਗੱਲ ਹੋਵੇ ਤਾਂ ਜ਼ਰੂਰ ਮੇਰੇ ਨਾਲ ਸਾਂਝੀ ਕਰ ਲੈਣੀ, ਕਿਉਂਕਿ ਤੁਹਾਡੇ ਸੁਝਾਵਾਂ ਦੇ ਉੱਤੇ ਹੀ ਇਸ ਪ੍ਰੋਗਰਾਮ ਨੂੰ ਹਰ ਵਾਰੀ ਥੋੜ੍ਹਾ ਜਿਹਾ ਸੋਧ ਕੇ ਬਣਾਉਣ ਦੀ ਕੋਸ਼ਿਸ਼ ਕਰੀਦੀ ਹੈ। ਇਹਨਾਂ ਦਿਨੀ ਤਾਂ ਤੁਹਾਨੂੰ ਪਤਾ ਸਾਰੇ ਪਾਸੇ ਲਾਕਡਾਊਨ ਹੋਇਆ ਹੈ। ਘਰਾਂ 'ਚ ਬੈਠੇ ਹੀ ਅਸੀਂ ਸਟੂਡੀਓ ਬਣਾ ਕੇ ਉਹਦੇ ਵਿੱਚ ਰਿਕਾਰਡਿੰਗਾਂ ਕਰਕੇ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ 6 ਫੀਟ ਡਿਸਟੈਂਸ ਦਾ ਜਿਹੜਾ ਚਲਨ ਚੱਲ ਰਿਹਾ, ਚਾਰ ਚੁਫੇਰੇ। ਤੁਸੀਂ ਵੀ ਜਦੋਂ ਘਰ ਤੋਂ ਬਾਹਰ ਨਿਕਲਦੇ ਹੋ, ਗਰੋਸਰੀ ਲਾਈਨ ਜਾਂਦੇ ਹੋ ਜਾਂ ਕਿਤੇ ਡਾਕਟਰ ਦੇ ਜਾਂਦੇ ਹੋ, ਜ਼ਰੂਰੀ ਚੀਜ਼ਾਂ ਵਾਸਤੇ ਹੀ ਤੇ ਅੱਜ ਕੱਲ੍ਹ ਸਾਰੇ ਨਿਕਲਦੇ ਨੇ। ਤੁਹਾਨੂੰ ਪਤਾ ਕੰਮਾਂ ਕਾਰਾਂ ਦੇ ਉੱਤੇ ਤਾਂ ਛੁੱਟੀਆਂ ਹੀ ਹਨ, ਚਾਰ ਚੁਫੇਰੇ। ਤੁਸੀਂ ਵੀ ਜੇ ਬਹੁਤ ਹੀ ਜ਼ਰੂਰੀ ਹੋਵੇ ਤੇ ਤਾਂ ਹੀ ਘਰ ਦੇ ਵਿੱਚੋਂ ਨਿਕਲਣਾ ਹੈ। ਜਿੰਨਾ ਚਿਰ ਇਹ ਅਲਾਮਤ, ਇਹ ਬਿਮਾਰੀ, ਇਹ ਮਹਾਂਮਾਰੀ ਜਿਹੜੀ ਹੈ ਇਹ ਰੁਕਣ ਦਾ ਨਾਂ ਨਹੀਂ ਲੈਂਦੀ। ਵੈਸੇ ਆਸ ਹੈ ਕਿ ਛੇਤੀ ਹੀ ਇਸ ਦਾ ਅੰਤ ਵੀ ਹੋ ਜਾਵੇਗਾ, ਕਿਉਂਕਿ ਆਸ ਦੇ ਉੱਤੇ ਹੀ ਸਾਰੀ ਧਰਤੀ ਟਿਕੀ ਹੈ, ਦੁਨੀਆ ਟਿਕੀ ਹੈ। ਔਰ ਤੁਸੀਂ ਆਸ ਦਾ ਪੱਲੜਾ ਨਹੀਂ ਛੱਡਣਾ, ਕਿਉਂਕਿ ਅਸੀਂ ਇਸ ਲੜਾਈ ਵਿੱਚੋਂ ਜੇਤੂ ਹੋ ਕੇ ਹੀ ਨਿਕਲਣਾ ਹੈ। ਖਾਸ ਕਰਕੇ ਜਦੋਂ ਜੇ ਕਿਸੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਰੋਨਾ ਦੇ ਲੱਛਣ ਨੇ, ਤਾਂ ਤੁਸੀਂ ਤੁਰੰਤ ਆਪਣੇ ਹਸਪੀਟਲ ਜ਼ਰੂਰ ਜਾਣਾ ਹੈ। ਔਰ ਉੱਥੇ ਜਾਣ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਤੇ ਆਪਣੇ ਆਪ ਡਰਾਈਵ ਕਰਕੇ ਜਾਣਾ ਹੈ ਜਾਂ ਆਪਣੇ ਕਿਸੇ ਚਾਹੁਣ ਵਾਲੇ ਦੀ, ਨਜ਼ਦੀਕੀ ਫੈਮਿਲੀ ਮੈਂਬਰ ਦੀ ਰਾਈਡ ਲੈਣੀ ਹੈ। ਉਸ ਦੇ ਨਾਲ ਉਸ ਤੋਂ ਵੀ ਨਹੀਂ, ਜੇ ਤੁਹਾਨੂੰ ਪ੍ਰਬੰਧ ਨਹੀਂ ਹੁੰਦਾ ਤਾਂ ਤੁਸੀਂ ਫਿਰ ਐਂਬੂਲੈਂਸ
ਜਾਂ ਕਿਉਂਕਿ ਐਂਬੂਲੈਂਸ ਵੀ ਅੱਜ ਕੱਲ੍ਹ ਬਹੁਤ ਥੋੜ੍ਹਾ ਜਿਹਾ ਚਿਰ ਲਾ ਕੇ ਆਉਂਦੀ ਹੈ, ਫਿਰ ਤੁਸੀਂ ਟੈਕਸੀ ਕਰਕੇ ਜਾ ਸਕਦੇ ਹੋ। ਔਰ ਜਦ ਤੁਸੀਂ ਟੈਕਸੀ ਕਰਕੇ ਜਾਂਦੇ ਹੋ ਹਸਪਤਾਲ ਦੇ ਵਿੱਚ, ਤਾਂ ਤੁਸੀਂ ਉਸ ਟੈਕਸੀ ਦਾ ਨੰਬਰ ਪਲੇਟ ਅਤੇ ਡਰਾਈਵਰ ਦਾ ਨਾਂ ਸਾਰਾ ਕੁਛ ਆਪਣੇ ਕੋਲ ਨੋਟ ਕਰ ਲੈਣਾ ਹੈ, ਕਿਉਂਕਿ ਕੱਲ੍ਹ ਨੂੰ ਕੋਈ ਅਲਾਮਤ ਆਉਂਦੀ ਹੈ ਤਾਂ ਉਸ ਨੂੰ ਵੀ ਉਸ ਦਾ ਜਿਹੜਾ ਹੈ ਨਿਰੀਖਣ ਕੀਤਾ ਜਾ ਸਕੇ, ਉਸ ਡਰਾਈਵਰ ਦਾ, ਉਸ ਟੈਕਸੀ ਦਾ। ਔਰ ਪਿਛਲੇ ਦਰਵਾਜ਼ੇ ਵਿੱਚ ਜਿਹੜੇ ਸ਼ੀਸ਼ੇ ਹਨ ਉਹਨਾਂ ਨੂੰ ਥੋੜ੍ਹਾ ਜਿਹਾ ਨੀਚੇ ਕਰਕੇ ਬੈਠਣਾ ਹੈ ਤੁਸੀਂ, ਤਾਂ ਕਿ ਕਿਸੇ ਹੋਰ ਨੂੰ ਇਸ ਦਾ ਜਿਹੜਾ ਹੈ ਉਹ ਪ੍ਰਸ਼ਾਦ ਨਾ ਮਿਲ ਜਾਵੇ। ਔਰ ਮੇਰਾ ਖਿਆਲ ਹੈ ਕਿ ਸਾਰੇ ਹੀ ਇਸ ਕਰਕੇ ਸਿਆਣੇ ਹੀ ਹਨ, ਕਿਉਂਕਿ ਇਸ 'ਤੇ ਕਾਬੂ ਤਾਂ ਹੀ ਪਾਇਆ ਜਾ ਸਕਦਾ ਹੈ ਕਿ ਅਸੀਂ ਜਦ ਬਾਰ-ਬਾਰ ਹੱਥ ਧੋਣਾ ਹੈ, 20 ਸੈਕਿੰਡ ਸਾਬਣ ਦੇ ਨਾਲ ਹੱਥ ਧੋਣਾ ਹੈ, ਸੈਨੀਟਾਈਜ਼ ਕਰਨਾ ਹੈ। ਜਿਸ ਵੀ ਚੀਜ਼ ਨੂੰ ਤੁਸੀਂ ਹੱਥ ਲਾਉਂਦੇ, ਜੇ ਤੁਹਾਡੇ ਘਰ ਕੋਈ ਡੋਰ ਦੀ ਬੈਲ ਵੀ ਮਾਰ ਕੇ ਜਾਂਦਾ ਹੈ, ਉਸ ਨੂੰ ਸੈਨੀਟਾਈਜ਼ ਕਰ ਦਿਆ ਕਰੋ, ਕਿਉਂਕਿ ਬਚਾਓ ਵਿੱਚ ਹੀ ਬਚਾਓ ਹੈ। ਹਾਜ਼ਰੀਨ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਗੱਲਾਂ ਕਰੀਏ ਮੂੰਹ 'ਤੇ ਸਾਡੀ ਸੈਗਮੈਂਟ ਹੋਏਗੀ, ਉਸ ਦੇ ਨਾਲ ਹੀ ਖਾਸ ਮੁਲਾਕਾਤ ਤੇ ਸਾਡੇ ਇੰਡੀਆ ਵਾਲੇ ਸਟੂਡੀਓ ਤੋਂ ਸਾਡੇ ਸਾਥੀ ਪ੍ਰਿੰਸੀਪਲ ਗੁਰਪਾਲ ਸਿੰਘ ਛੀਨਾ ਜੀ ਲੈ ਕੇ ਆਉਣਗੇ ਵਿਚਾਰ ਚਰਚਾ। ਉਹ ਵੀ ਇੰਨੀ ਦਿਨੀ ਲਾਕਡਾਊਨ ਦੇ ਵਿੱਚ ਹੀ ਹਨ, ਘਰ ਦੇ ਵਿੱਚ ਹੀ ਕੈਦ ਹਨ, ਫਿਰ ਵੀ ਉਹਨਾਂ ਨੂੰ ਸ਼ਾਬਾਸ਼ ਹੈ ਕਿ ਉਹ ਸਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਕਿ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜਾ ਸਕੇ। ਔਰ ਬੜੀਆਂ ਦਿੱਕਤਾਂ ਆਉਂਦੀਆਂ ਨੇ, ਤੁਹਾਨੂੰ ਪਤਾ ਕਿ ਇੰਨੀ ਦਿਨੀ ਬੜਾ ਕੁਛ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ, ਬਹੁਤ ਕੁਛ। ਪੁਲਿਸ ਤੋਂ ਵੀ ਸਤੀ ਜਿਹੜੀ ਜਨਤਾ ਹੈ ਪੁਲਿਸ 'ਤੇ ਹਮਲੇ ਕਰ ਰਹੀ ਹੈ। ਪਿੱਛੇ ਜੇ ਇੱਕ ਨਿਹੰਗ ਸਿੰਘ ਵੱਲੋਂ ਇੱਕ ASI ਦਾ ਹੱਥ ਕੱਟਣ ਦੀ ਘਟਨਾ ਤੇ 4 ਚੁਫੇਰੇ ਉਸ ਦੀ ਚਰਚਾ ਹੈ। ਉਹ ਚੰਗੀ ਕਿਸਮਤ ਨੂੰ PGI ਦੇ ਵਿੱਚ ਉਸ ਦਾ ਹੱਥ ਦੁਬਾਰਾ ਜੁੜ ਗਿਆ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਇਹੋ ਜਿਹੀ ਘਟਨਾਵਾਂ ਨਾ ਮੁੜ ਵਾਪਰਨ। ਜਿੱਥੇ ਸਾਨੂੰ ਥੋੜ੍ਹੀ ਤਕਲੀਫ ਹੁੰਦੀ ਹੈ, ਪੁਲਿਸ ਵਧੀਕੀ ਕਰਦੀ ਹੈ, ਉੱਥੇ ਅਸੀਂ ਇਹ ਵੀ ਵੇਖਦੇ ਹਾਂ ਕਿ ਇੰਨੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੁਲਿਸ ਫੋਰਸਿਸ ਦੇ ਜਵਾਨ ਉਹ ਬਹੁਤ ਹੀ ਮਦਦ ਕਰ ਰਹੇ ਨੇ ਲੋਕਾਂ ਦੀ ਬਾਹਰ ਨਿਕਲ ਕੇ। ਤੇ ਇੱਕ ਗੱਲ ਹੋਰ ਬੜੀ ਸਾਹਮਣੇ ਆਉਂਦੀ ਹੈ ਕਿ ਇਹ ਜਿਹੜੇ ਡੇਰੇ ਨੇ ਜਾਂ ਜਿਹੜੇ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਨੇ ਡੇਰੇ, ਇਹਨਾਂ ਵਿੱਚ ਇਕੱਠ ਦੀ ਜਿਹੜੀ ਪਰੰਪਰਾ ਬਣੀ ਆ, ਲੋਕ ਇਕੱਠ ਕਰ ਲੈਂਦੇ ਨੇ। ਇਹੋ ਜਿਹੀ ਮਹਾਂਮਾਰੀ ਨੂੰ ਫੈਲਾਉਣ ਵਿੱਚ ਹੋਰ ਵੀ ਆਪਣਾ ਯੋਗਦਾਨ ਪਾ ਰਹੇ ਨੇ। ਇਹਨਾਂ ਨੂੰ ਕਿਸ ਤਰ੍ਹਾਂ ਠੱਲਿਆ ਜਾ ਸਕਦਾ ਹੈ? ਔਰ ਇਹਨਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਦਿਨ ਰਾਤ ਚਿਮਟੇ ਵਜਾਉਂਦੇ ਹਾਂ, ਫਿਰ ਵੀ ਅਸੀਂ ਇਸ ਮਹਾਂਮਾਰੀ ਤੋਂ ਨਹੀਂ ਨਿਜਾਤ ਪਾ ਸਕਦੇ, ਸਗੋਂ ਹੋਰ ਜਿਹੜੀ ਹੈ ਇਸ ਬਿਮਾਰੀ ਦੇ ਵਿੱਚ ਵਾਧਾ ਕਰ ਰਹੇ ਹਾਂ, ਫੈਲਾਉਣ ਦਾ, ਇੱਕ ਦੂਜੇ ਦੇ ਸਾਹਾਂ ਰਾਹੀਂ ਇਸ ਨੂੰ ਅੱਗੇ ਤੋਰ ਰਹੇ ਹਾਂ। ਇਸ ਦਾ ਖਾਤਮਾ ਕਰਨ ਵਿੱਚ ਸਹਾਈ ਨਹੀਂ ਹੋ ਰਹੇ, ਸਗੋਂ ਸਾਨੂੰ ਇਸ ਦੀ ਪਾਲਣਾ ਕਰਦੇ ਹੋਏ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਾਨੂੰ ਕਦੇ ਵੀ ਇਕੱਠੇ ਨਹੀਂ ਹੋਣਾ ਚਾਹੀਦਾ। ਬੜੀਆਂ ਸਰਕਾਰਾਂ ਤੇ ਬਹੁਤ ਕਦਮ ਚੁੱਕ ਰਹੀਆਂ ਨੇ, ਪਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਕੁਛ ਕਰੀਏ। ਇੱਕ ਗੱਲ ਹੋਰ ਬੜੀ ਮੇਰੀ ਜ਼ਰੂਰੀ ਜ਼ਿਹਨ ਵਿੱਚ ਆ ਰਹੀ ਹੈ ਕਿ ਬੜੇ ਦਾਅਵੇ ਕੀਤੇ ਜਾਂਦੇ ਨੇ ਬਹੁਤ ਸਾਰੀਆਂ ਅਖਬਾਰਾਂ ਵਿੱਚ, ਰੇਡੀਓ TV ਪ੍ਰੋਗਰਾਮਾਂ ਦੇ ਵਿੱਚ, ਕੋਈ ਪੰਡਤ ਜੀ ਨੇ, ਕੋਈ ਹੱਥ ਵੇਖਣ ਵਾਲੇ ਨੇ, ਕੋਈ ਜਾਦੂ ਟੂਣੇ ਕਰਨ ਵਾਲੇ ਸਾਈਂ, ਫਕੀਰ ਜੀ, ਖਜੂਰੀ ਬਾਬਾ, ਕਈ ਕੁਛ ਨਾਵਾਂ ਦੇ ਨਾਲ ਆਉਂਦੇ ਨੇ। ਕੀ ਉਹ ਆਪਣਾ ਜਾਦੂ ਮੰਤਰ ਹੁਣ ਚਲਾ ਕੇ ਕਰੋਨਾ ਨੂੰ ਕਿਉਂ ਨਹੀਂ ਖਤਮ ਕਰ ਦਿੰਦੇ ਤੇ ਲੋਕਾਂ ਨੂੰ ਨਿਜਾਤ ਦਿਵਾਉਂਦੇ? ਬੜੇ ਵੱਡੇ ਵੱਡੇ ਵਾਅਦੇ ਕਰਦੇ ਨੇ, ਉਹ ਕਰਦੇ ਨੇ ਖਤਮ ਇਹਨਾਂ ਨੂੰ। ਤੇ ਅਸੀਂ ਪੈਸੇ ਇਕੱਠੇ ਕਰਕੇ ਜਿੰਨੇ ਚਾਹੁੰਗੇ ਅਸੀਂ ਦੇ ਦਿਆਂਗੇ ਇਮੀਡੀਏਟ, ਪਰ ਤੁਰੰਤ ਇਸ ਦਾ ਖਾਤਮਾ ਹੋਣਾ ਚਾਹੀਦਾ। ਨਹੀਂ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ, ਤਰਕਸ਼ੀਲ ਸੁਸਾਇਟੀ ਵਰਗੀਆਂ, ਜਿਨ੍ਹਾਂ ਨੇ ਇਨਾਮ ਰੱਖਿਆ ਹੋਇਆ ਕਿ ਜੇ ਕੋਈ ਜਾਦੂ ਟੂਣਾ ਕਰਕੇ ਸਾਨੂੰ ਪ੍ਰਤੱਖ ਵਿਖਾਉਣ ਤਾਂ $1 ਲੱਖ ਤੱਕ ਦਾ ਇਨਾਮ ਵੀ ਜਿੱਤ ਸਕਦੇ ਨੇ। ਕੋਈ ਨਹੀਂ ਆਇਆ, ਕੋਈ ਨਹੀਂ ਆਉਂਦਾ। ਇਹ ਸਭ ਗੱਲਾਂ ਨੇ, ਵਹਿਮ ਭਰਮ, ਇਹ ਸਾਰਾ ਕੁਛ ਪਖੰਡ ਹੈ। ਪੈਸੇ ਇਕੱਠੇ ਕਰਨ ਦਾ ਸਾਰਾ ਸਿਲਸਿਲਾ ਚੱਲਦਾ ਰਿਹਾ ਹੈ। ਕੀ ਇਹ ਕਰੋਨਾ ਵਾਇਰਸ ਖਤਮ ਚਲੋ ਹੋ ਜਾਣਾ, ਹੋਣਾ ਹੀ ਹੈ, ਇਸ ਨੇ ਮੈਡੀਕਲ ਸਾਇੰਸ ਵੀ ਲੱਗੀ ਹੋਈ ਹੈ। ਕੀ ਇਹ ਕਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ ਵੀ ਡੇਰਾਵਾਦ ਜਾਂ ਅੰਧ ਵਿਸ਼ਵਾਸ ਵਿੱਚ ਕੋਈ ਫਰਕ ਪਵੇਗਾ, ਕਿ ਜਾਂ ਦੁਬਾਰਾ ਜਾ ਕੇ ਪਖੰਡੀ ਲਾਣੇ ਦੀਆਂ ਲੱਤਾਂ ਘੁੱਟਣ ਲੱਗ ਪਣਗੇ ਲੋਕ? ਕਿੰਨਾ ਮਤਲਬੀ ਹੋ ਗਿਆ ਹੈ ਬੰਦਾ, ਕਿੰਨਾ ਮਤਲਬੀ ਹੋ ਗਿਆ ਹੈ ਬੰਦਾ, ਮਤਲਬ ਵਾਸਤੇ ਹਰ ਇੱਕ ਦੇ ਗੁਣ ਗਾਉਂਦਾ। ਚੰਗਾ ਹੋ ਜਾਵੇ ਤਾਂ ਕਹਿੰਦਾ ਮੈਂ ਕੀਤਾ, ਮਾੜਾ ਹੋ ਜਾਵੇ ਤਾਂ ਰੱਬ ਦਾ ਨਾਂ ਲਾਉਂਦਾ। ਚਲੋ ਖੈਰ, ਜੇ ਰਿਸ਼ਤੇ ਸੱਚੇ ਹੋਣ ਤਾਂ ਜ਼ਿਆਦਾ ਸੰਭਾਲਣੇ ਨਹੀਂ ਪੈਂਦੇ। ਜਿਹੜੇ ਰਿਸ਼ਤਿਆਂ ਨੂੰ ਜ਼ਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨਹੀਂ ਹੁੰਦੇ। ਤੇ ਹਾਜ਼ਰੀਨ, ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਲੈ ਚੱਲਦੇ ਹਾਂ ਸਾਡੀ ਅਗਲੀ ਸੈਗਮੈਂਟ, ਗੱਲਾਂ ਕਰੀਏ ਮੂੰਹ ਤੇ।
ਪਿਓ ਬਿਨਾ ਬਣਦੀ ਨਾ ਸੌਖੀ ਪਹਿਚਾਨ, ਦਰਾਂ ਵਿੱਚ ਖੜੇ ਨੂੰ ਕੋਈ ਕਰੇ ਨਾ ਸਲਾਮ। ਮਾਂ ਬਿਨਾ ਕੰਨ ਵਿੱਚ ਪੈਂਦੀਆਂ ਨੇ ਲੋਰੀਆਂ, ਮਮਤਾ ਪਿਆਰ ਦੀਆਂ ਹੁਣ ਵੀ ਨਾ ਚੋਰੀਆਂ। ਭਾਈਆਂ ਬਾਝੋਂ ਮੁੱਕ ਜਾਂਦੀ ਡੌਲਿਆਂ ਚੋਂ ਜਾਨ, ਕੱਲੇ ਨੂੰ ਆਉਂਦਾ ਹੈ ਖਾਣ ਨੂੰ ਜਹਾਨ। ਭੈਣਾਂ ਬਿਨਾ ਰਹਿਣ ਦਾ ਸਲੀਕਾ ਵੀ ਨਾ ਆਉਂਦਾ ਏ, ਨਾਲੇ ਬੰਦਾ ਹੋਰਾਂ ਦੀਆਂ ਇੱਜ਼ਤਾਂ ਤਕਾਉਂਦਾ ਏ। ਹਾਜ਼ਰੀਨ, ਸਵਾਗਤ। ਗੱਲਾਂ ਕਰੀਏ ਮੂੰਹ ਤੇ ਵਿੱਚ। ਸਮਾਂ ਕਿਸ ਤਰ੍ਹਾਂ ਬੀਤ ਜਾਂਦਾ ਹੈ, ਗੁਜ਼ਰ ਜਾਂਦਾ ਹੈ, ਪਤਾ ਨਹੀਂ ਲੱਗਦਾ। ਜੇ ਸੌਖਾ ਸਮਾਂ ਇੰਨੀ ਜਲਦੀ ਗੁਜ਼ਰ ਜਾਂਦਾ ਹੈ ਤਾਂ ਔਖਾ ਸਮਾਂ ਵੀ ਗੁਜ਼ਰ ਜਾਵੇਗਾ। ਅਕਸਰ ਅਸੀਂ ਵੇਖਿਆ ਕਿ ਸੌਖੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਲੰਘ ਗਿਆ, ਪਰ ਜਦੋਂ ਥੋੜ੍ਹਾ ਜਿਹਾ ਵੀ ਦੁੱਖ ਹੋਵੇ, ਦੁੱਖ ਦਾ ਥੋੜ੍ਹਾ ਜਿਹਾ ਸਮਾਂ ਵੀ ਬਹੁਤ ਔਖਾ ਲੱਗਦਾ ਹੈ। ਪਿੱਛੇ ਵੱਲ ਝਾਤ ਮਾਰੀਏ ਤਾਂ ਕੀ ਹੁੰਦਾ ਸੀ। 5ਵੀਂ ਕਲਾਸ ਤੱਕ ਘਰ ਤੋਂ ਫੱਟੀ ਲੈ ਕੇ ਗਏ ਸੀ ਸਕੂਲੇ, ਸਲੇਟ ਲੈ ਕੇ ਗਏ ਸੀ। ਸਲੇਟ ਨੂੰ ਕਈ ਵਾਰੀ ਜੀਭ ਨਾਲ ਚੱਟ ਕੇ ਵੀ ਅੱਖਰ ਮਿਟਾ ਲਈਦੇ ਸੀ। ਇਹ ਸਾਡੀ ਸਥਾਈ ਆਦਤ ਸੀ, ਸਾਰਿਆਂ ਦੀ ਹੋਏਗੀ, ਲੇਕਿਨ ਇਹਦੇ ਵਿੱਚ ਪਾਪ ਬੋਧ ਕੋਈ ਨਹੀਂ ਸੀ ਕਿਧਰੇ। ਵੈਸੇ ਡਰ ਹੁੰਦਾ ਸੀ ਕਿਤੇ ਵਿਦਿਆ ਮਾਤਾ ਨਾਰਾਜ਼ ਨਾ ਹੋ ਜਾਏ। ਪੜ੍ਹਾਈ ਦਾ ਤਣਾਅ ਹੁੰਦਾ ਸੀ, ਜਿਹੜਾ ਤਣਾਅ ਉਦੋਂ ਹੁੰਦਾ ਸੀਗਾ, ਉਹ ਪੈਨਸਲ ਦਾ ਪਿਛਲਾ ਪਾਸਾ ਮੂੰਹ ਵਿੱਚ ਪਾ ਕੇ ਚੱਬ ਦੇਣਾ ਤਣਾਅ ਨੂੰ ਖਤਮ ਕਰਨ ਵਾਸਤੇ। ਸਕੂਲ ਵਿੱਚ ਤੱਪੜ ਦੀ ਘਾਟ ਕਾਰਨ ਘਰੋਂ ਬੋਰੀ ਦਾ ਟੁਕੜਾ ਲੈ ਕੇ ਜਾਣਾ ਇਹ ਨਿੱਤ ਦਾ ਕੰਮ ਸੀ ਸਾਡਾ। ਕਿਤਾਬ ਦੇ ਵਿੱਚ ਵਿਦਿਆ ਪੜ੍ਹਾਈ ਦੇ ਪੌਦੇ ਪੱਤੇ ਤੇ ਮੋਰ ਦੇ ਪੰਖ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ, ਇਹ ਸਾਡਾ ਦ੍ਰਿੜ ਵਿਸ਼ਵਾਸ ਹੁੰਦਾ ਸੀਗਾ। ਜਮਾਤ 6ਵੀਂ 'ਚ ਪਹਿਲੀ ਵਾਰੀ ਅੰਗਰੇਜ਼ੀ ਦਾ ਅਲਫਾਬੈਟ ਪੜ੍ਹਿਆ ਤੇ ਪਹਿਲੀ ਵਾਰ ABCD ਦੇਖੀ। ਇਹ ਗੱਲ ਵੱਖਰੀ ਹੈ ਕਿ ਵਧੀਆ ਸਮਾਲ ਲੈਟਰ ਬਣਾਉਣਾ ਸਾਨੂੰ 12ਵੀਂ ਤੱਕ ਵੀ ਨਹੀਂ ਸੀ ਆਇਆ। ਕੱਪੜੇ ਦੇ ਝੋਲੇ ਵਿੱਚ ਕਾਪੀਆਂ ਕਿਤਾਬਾਂ ਨੂੰ ਸਲੀਕੇ ਨਾਲ ਪਾਉਣਾ ਸਾਡਾ ਰਚਨਾਤਮਕ ਹੁਨਰ ਸੀ। ਬੜਾ ਤੈਂ ਲਾ ਲਾ ਕੇ ਬੜੇ ਸਖਤ ਤਰੀਕੇ ਨਾਲ ਪਾਉਂਦੇ ਸੀ। ਹਰ ਸਾਲ ਨਵੀਂ ਕਲਾਸ ਦੇ ਨਵੇਂ ਬਸਤੇ ਬਣਦੇ ਸੀ। ਉਦੋਂ ਕਿਤਾਬਾਂ ਕਾਪੀਆਂ ਉੱਤੇ ਜਿਲਤਾਂ ਚੜਾਉਣਾ ਸਾਡਾ ਜੀਵਨ ਦਾ ਸਾਲਾਨਾ ਉਤਸਵ ਸੀ। ਹਰ ਸਾਲ ਬਾਅਦ ਅਕਸਰ ਸਾਰੇ ਕਰਿਆ ਕਰਦੇ ਸੀ ਕਿ ਵਧੀਆ ਵਧੀਆ ਉੱਤੇ ਜਿਲਤਾਂ ਚੜਾਉਣੀਆਂ। ਮਾਤਾ ਪਿਤਾ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ, ਨਾ ਹੀ ਸਾਡੀ ਪੜ੍ਹਾਈ ਉਹਨਾਂ ਦੀ ਜੇਬ ਤੇ ਬੋਝ ਸੀ। ਸਾਲੋਂ ਸਾਲ ਬੀਤ ਜਾਂਦੇ ਪਰ ਮਾਂ ਪਿਓ ਦੇ ਕਦਮ ਸਾਡੇ ਸਕੂਲ ਵਿੱਚ ਨਹੀਂ ਸੀ ਪੈਂਦੇ। ਭਲੇ ਸਮੇਂ ਸੀ ਉਦੋਂ। ਇੱਕ ਦੋਸਤ ਨੂੰ ਸਾਈਕਲ ਦੇ ਡੰਡੇ ਉੱਤੇ ਤੇ ਦੂਸਰੇ ਨੂੰ ਮਗਰ ਕੈਰੀਅਰ ਉੱਤੇ ਬਿਠਾ ਜਾਣਾ। ਅਸੀਂ ਕਿੰਨਾ ਚਿਰ ਸਾਈਕਲ ਚਲਾਉਂਦੇ ਜਾਣਾ। ਬਸ ਕੁਝ ਯਾਦਾਂ ਧੁੰਦਲੀਆਂ ਨੇ। ਸਕੂਲ ਵਿੱਚੋਂ ਕੁੱਟ ਖਾਂਦੇ ਤੇ ਮੁਰਗਾ ਬਣਦੇ। ਸਾਡੀ ਈਗੋ ਸਾਨੂੰ ਕਦੇ ਪਰੇਸ਼ਾਨ ਨਹੀਂ ਸੀ ਕਰਦੀ ਜਿਸ ਤਰ੍ਹਾਂ ਅੱਜ ਕਰਦੀ ਹੈ ਬੱਚਿਆਂ ਨੂੰ। ਦਰਅਸਲ ਅਸੀਂ ਜਾਣਦੇ ਹੀ ਨਹੀਂ ਸੀ ਕਿ ਈਗੋ ਹੁੰਦੀ ਕੀ ਆ। ਵੈਸੇ ਕੁੱਟ ਖਾਣਾ ਸਾਡੇ ਜੀਵਨ ਦਾ ਅਹਿਮ ਅੰਗ ਸੀ। ਰੋਜ਼ ਦੀ ਕੁੱਟ। ਕੁੱਟਣ ਵਾਲਾ ਤੇ ਕੁੱਟਿਆ ਜਾਣ ਵਾਲਾ ਦੋਵੇਂ ਖੁਸ਼ ਸੀ। ਕੁੱਟਿਆ ਜਾਣ ਵਾਲਾ ਇਸ ਕਰਕੇ ਖੁਸ਼ ਸੀ ਵੀ ਘੱਟ ਪਈਆਂ ਅੱਜ, ਤੇ ਕੁੱਟਣ ਵਾਲਾ ਇਸ ਕਰਕੇ ਖੁਸ਼ ਕਿ ਚੰਗਾ ਹੱਥ ਸਾਫ਼ ਕੀਤਾ। ਅਸੀਂ ਆਪਣੇ ਮਾਂ ਪਿਓ ਨੂੰ ਕਦੇ ਨਹੀਂ ਸੀ ਦੱਸ ਸਕੇ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਆਈ ਲਵ ਯੂ ਕਹਿਣਾ ਨਹੀਂ ਸੀ ਆਉਂਦਾ। ਅੱਜ ਅਸੀਂ ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਦੁਨੀਆ ਦਾ ਹਿੱਸਾ ਬਣ ਚੁੱਕੇ ਹਾਂ। ਕੁਝ ਮੰਜ਼ਿਲਾਂ ਪਾ ਗਏ ਤੇ ਕੁਝ ਨਾ ਜਾਣੇ ਕਿੱਥੇ ਗੁੰਮ ਹੋ ਗਏ। ਅਸੀਂ ਦੁਨੀਆ ਵਿੱਚ ਕਿਧਰੇ ਵੀ ਹੋਈਏ, ਲੇਕਿਨ ਇਹ ਸੱਚ ਹੈ ਕਿ ਸਾਨੂੰ ਹਕੀਕਤਾਂ ਨੇ ਪਾਲਿਆ ਹੈ। ਅਸੀਂ ਸੱਚ ਦੀ ਦੁਨੀਆ ਵਿੱਚ ਸੀ ਉਦੋਂ। ਕੱਪੜਿਆਂ ਨੂੰ ਵਲਾਂ ਤੋਂ ਬਚਾਈ ਰੱਖਣਾ ਤੇ ਰਿਸ਼ਤਿਆਂ ਨੂੰ ਉਪਚਾਰਕਤਾ ਨਾਲ ਬਣਾਈ ਰੱਖਣਾ ਸਾਨੂੰ ਕਦੇ ਨਹੀਂ ਸੀ ਆਇਆ। ਇਸ ਮਾਮਲੇ 'ਚ ਅਸੀਂ ਮੂਰਖ ਹੀ ਰਹੇ ਸੀ। ਅਸੀਂ ਆਪਣਾ ਪ੍ਰਬੰਧ ਸਹਿੰਦੇ ਹੋਏ ਅੱਜ ਵੀ ਸੁਪਨੇ ਸਿਰਜ ਰਹੇ ਹਾਂ, ਬੁਣ ਰਹੇ ਹਾਂ। ਸ਼ਾਇਦ ਸੁਪਨੇ ਬੁਣਨਾ ਹੀ ਸਾਨੂੰ ਜ਼ਿੰਦਾ ਰੱਖ ਰਿਹਾ, ਵਰਨਾ ਜੋ ਜੀਵਨ ਅਸੀਂ ਜੀ ਕੇ ਆਏ ਹਾਂ ਉਹਦੇ ਸਾਹਮਣੇ ਵਰਤਮਾਨ ਕੁਝ ਵੀ ਨਹੀਂ ਸੀ। ਅਸੀਂ ਚੰਗੇ ਸੀ ਜਾਂ ਮੰਦੇ ਸੀ, ਪਰ ਅਸੀਂ ਇੱਕ ਸਮਾਂ ਸੀ। ਕਾਸ਼ ਸਮਾਂ ਮੁੜ ਵਾਪਸ ਆ ਜਾਵੇ। ਨਹੀਂ, ਐਸਾ ਨਹੀਂ ਕਦੀ ਹੋ ਸਕਦਾ। ਪੁਲਾਂ ਥੱਲਿਓਂ ਵਗਿਆ ਪਾਣੀ ਤੇ ਗੁਜ਼ਰਿਆ ਸਮਾਂ ਕਦੇ ਵਾਪਸ ਨਹੀਂ ਆਉਂਦੇ। ਉੱਪਰੋਂ ਦੀ ਲੰਘ ਗਏ ਮੁਹੱਬਤਾਂ ਦੇ ਕਾਫਲੇ, ਥੱਲਿਓਂ ਦੀ ਸਮਿਆਂ ਦਾ ਨੀਰ। ਇਹ ਹਕੀਕਤ ਹੈ, ਸੱਚਾਈ ਹੈ। ਸੋ
ਕਰੋਨਾ ਦੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ, ਹਕੀਕਤਾਂ ਸਾਹਮਣੇ ਨੇ, ਸਾਨੂੰ ਵੈਲਿਊ ਆ ਰਹੀ ਹੈ ਕਿਸੇ ਚੀਜ਼ ਦੀ, ਅਸੀਂ ਕੀਮਤ ਜਾਣ ਸਕੇ ਹਾਂ। ਸਾਨੂੰ ਪਤਾ ਹੈ ਕਿ ਅਰਬਾਂ ਕਰੋੜਾਂ ਲੋਕ ਭੁੱਖ ਨਾਲ ਮਰ ਰਹੇ ਨੇ, ਸ਼ਿਕਾਰ ਹੋ ਰਹੇ ਨੇ। ਇੱਕ ਟਵੀਟ ਮੈਂ ਪੜ੍ਹਿਆ ਸੀਗਾ, ਰਤਨ ਟਾਟਾ ਇੱਕ ਬਹੁਤ ਅਮੀਰ ਹੈ ਭਾਰਤ ਦਾ, ਤੁਸੀਂ ਜਾਣਦੇ ਹੋ। ਉਹਦਾ ਟਵੀਟ ਸੀ ਕਿ ਜਰਮਨੀ ਇੱਕ ਵਿਕਸਿਤ ਦੇਸ਼ ਹੈ ਜਿੱਥੇ ਅਸੀਂ ਸੋਚਦੇ ਹੋਵਾਂਗੇ ਕਿ ਲੋਕ ਖੁੱਲ੍ਹਾ ਖਰਚ ਕਰਦੇ ਹੋਣਗੇ। ਮੈਂ ਤੇ ਕੁਝ ਦੋਸਤ ਹੈਮਬਰਗ ਦੇ ਇੱਕ ਰੈਸਟੋਰੈਂਟ ਵਿੱਚ ਪਹੁੰਚੇ ਤੇ ਵੇਖਿਆ ਕਿ ਉੱਥੇ ਬਹੁਤ ਸਾਰੇ ਟੇਬਲ ਖਾਲੀ ਪਏ ਸਨ, ਪਰ ਇੱਕ ਟੇਬਲ ਤੇ ਇੱਕ ਜਵਾਨ ਜਿਹਾ ਜੋੜਾ ਖਾਣਾ ਖਾ ਰਿਹਾ ਸੀ। 2 ਪਕਵਾਨ ਤੇ ਇੱਕ ਬੀਅਰ ਸੀ। ਅਸੀਂ ਸੋਚਦੇ ਸਾਂ ਕਿ ਜਲਦ ਲੜਕੀ ਇਸ ਕੰਜੂਸ ਲੜਕੇ ਦਾ ਖਹਿੜਾ ਛੱਡ ਦੇਗੀ ਤੇ ਕੋਈ ਦਰਿਆ ਦਿਲ ਮਹਿਬੂਬ ਲੱਭੇਗੀ। ਥੋੜੀ ਦੂਰ ਦੂਜੇ ਟੇਬਲ ਤੇ ਕੁਝ ਬਜ਼ੁਰਗ ਔਰਤਾਂ ਵੀ ਭੋਜਨ ਕਰ ਰਹੀਆਂ ਸਨ ਤੇ ਉਹ ਵੀ ਪਲੇਟਾਂ ਸਾਫ਼ ਕਰ ਗਈਆਂ, ਕੁਛ ਵੀ ਨਹੀਂ ਛੱਡਿਆ ਉਹਨਾਂ ਨੇ। ਬੜੀਆਂ ਟੁੱਟ ਕੇ ਪਈਆਂ, ਬੜੀਆਂ ਭੁੱਖੀਆਂ ਹੋਣੀਆਂ। ਚਲੋ ਸੋਚਿਆ ਕੀ ਫਾਇਦਾ ਵਿਕਸਿਤ ਦੇਸ਼ ਹੋਣ ਦਾ, ਚਾਹੇ ਖੁੱਲ੍ਹਾ ਖਾ ਵੀ ਨਹੀਂ ਸਕਦੇ ਇਹ ਲੋਕ। ਸਾਨੂੰ ਭੁੱਖ ਲੱਗੀ ਸੀ ਤੇ ਅਸੀਂ ਲਾਤਾ ਹੋਰ ਖਾਣੇ ਦਾ ਆਰਡਰ। ਖਾ ਪੀ ਕੇ ਜਦੋਂ ਨਿਕਲਣ ਲੱਗੇ ਤਾਂ ਮਗਰੋਂ ਮੈਨੇਜਰ ਦੀ ਆਵਾਜ਼ ਆਈ, ਓਏ ਖਾਣਾ ਕਿਉਂ ਛੱਡਿਆ ਪਿੱਛੇ? ਤੇ ਅਸੀਂ ਕਿਹਾ, ਭਰਾ ਅਸੀਂ ਪੈਸੇ ਦਿੱਤੇ ਆ ਤੈਨੂੰ, ਤੂੰ ਬਚਿਆ ਹੋਇਆ ਖਾਣਾ ਬਾਹਰ ਸੁੱਟ ਦੇ। ਇਹਨੇ ਵਿੱਚ ਉਹ ਜਿਹੜੀਆਂ ਔਰਤਾਂ ਉੱਥੇ ਬੈਠੀਆਂ ਸੀ ਨਾ, ਸਾਰਾ ਕੁਝ ਵੇਖ ਰਹੀਆਂ ਸੀ। ਉਹਨਾਂ ਨੇ ਫੌਰਨ ਕਿਤੇ ਫੋਨ ਕਰ ਦਿੱਤਾ। ਕੁਝ ਦੇਰ ਵਿੱਚ ਵਰਦੀ ਵਿੱਚ ਇੱਕ ਅਫਸਰ ਆਇਆ। ਸਾਰੀ ਗੱਲ ਜਾਣਨ ਤੋਂ ਬਾਅਦ ਉਹਨੇ 50 ਯੂਰੋ ਦੀ ਟਿਕਟ ਦਿੱਤੀ, ਜੁਰਮਾਨਾ ਲਾਇਆ ਤੇ ਜਾਂਦੇ ਹੋਏ ਕਹਿ ਗਿਆ, ਅਗਲੀ ਵਾਰ ਓਨਾ ਹੀ ਆਰਡਰ ਕਰੋ ਜਿੰਨਾ ਖਾ ਸਕੋ। ਪੈਸਾ ਤੁਹਾਡਾ ਹੈ ਪਰ ਸਰੋਤ ਨਹੀਂ। ਦੁਨੀਆ ਵਿੱਚ ਕਈ ਥਾਵਾਂ ਤੇ ਸਰੋਤਾਂ ਦੀ ਕਮੀ ਹੈ, ਤੁਸੀਂ ਇਸ ਨੂੰ ਵੇਸਟ ਨਹੀਂ ਕਰ ਸਕਦੇ। ਇਹ ਗੱਲ ਖਿਆਲ ਵਿੱਚ ਰੱਖਣ ਦੀ ਲੋੜ ਹੈ। ਬਹੁਤ ਸਾਰੇ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਭੋਜਨ ਬੜਾ ਔਖਾ ਕਮਾਉਣਾ ਹੈ। ਉਹਨਾਂ ਲੋਕਾਂ ਨੂੰ ਇਸ ਭੋਜਨ ਦੀ ਕੀਮਤ ਪੁੱਛੋ ਜੇ ਸਾਰਾ ਦਿਨ ਲੱਕ ਤੋੜ ਵੀ ਮਿਹਨਤ ਕਰਕੇ ਵੀ ਆਪਣੇ ਪਰਿਵਾਰ ਨੂੰ ਵਿਚਾਰੇ ਜੋ ਕਿ ਰੋਟੀ ਨਹੀਂ ਦੇ ਸਕਦੇ, ਉਹਨਾਂ ਨੂੰ ਭੁੱਖਿਆਂ ਸੌਣਾ ਪੈਂਦਾ ਹੈ। ਅੱਜ ਵੀ ਲੋਕ ਫਰਸ਼ਾਂ 'ਤੇ ਸੌਂਦੇ ਨੇ। ਖੈਰ, ਇਹ ਤਾਂ ਕਈ ਗੰਭੀਰ ਗੱਲਾਂ ਹੋ ਜਾਂਦੀਆਂ ਨੇ। ਇੱਕ ਮੈਂ ਤੁਹਾਨੂੰ ਸੁਣਾਉਣਾ ਰੋਚਕ ਜੀ ਗੱਲ। ਇੰਨੀ ਦਿਨ ਦੀ ਗੱਲ ਆ, ਮੇਰਾ ਇੱਕ ਦੋਸਤ ਨੇ ਦੱਸਿਆ ਸੀ ਮੈਨੂੰ, ਉਹ ਪੰਪ 'ਤੇ ਕੰਮ ਕਰਦਾ। ਉਹ ਕਹਿੰਦਾ ਅਕਸਰ ਇੱਕ ਨਾ ਬੰਦਾ ਗੱਡੀ 'ਚ ਤੇਲ ਪਾਉਂਦਾ, ਟੈਂਕੀ ਫੁੱਲ ਕਰਵਾ ਲੈਂਦਾ ਹੁੰਦਾ ਸੀਗਾ। ਪਰਸੋਂ ਚੌਥ ਜੇ ਆਇਆ ਤੇ ਸਾਡਾ ਕਰਿੰਦਾ ਕਹਿੰਦਾ, ਜੀ ਕਰਦੇ ਆ ਟੈਂਕੀ ਫੁੱਲ ਪਹਿਲਾਂ ਵਾਂਗ। ਤੇ ਅੱਗੋਂ ਬੰਦਾ ਕਹਿੰਦਾ, ਉਹ ਸਾਰਾ ਕੁਝ ਤੇ ਬਾਹਰ ਬੰਦ ਪਿਆ ਹੋਇਆ, ਟੈਂਕੀ ਫੁੱਲ ਕਰਾ ਕੇ ਮੈਂ ਕਿ ਟੈਂਕੀ 'ਚ ਮੱਛੀਆਂ ਛੱਡਣੀਆਂ। ਸੋ ਠੁਕਰਾਉਣ ਵਾਲੇ ਵੀ ਜਿਉਂਦੇ ਰਹਿਣ, ਸਾਨੂੰ ਚਾਹੁਣ ਵਾਲੇ ਵੀ ਜਿਉਂਦੇ ਰਹਿਣ। ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ, ਸਾਨੂੰ ਹਰਾਉਣ ਵਾਲੇ ਵੀ ਖੁਸ਼ ਰਹਿਣ। ਇੱਕ ਵਾਰੀ ਇੱਕ ਸੰਗੀਤ ਦੀ ਮਹਿਫਿਲ ਵਿੱਚ ਇੱਕ ਸੱਜਣ ਨੂੰ ਵਾਰ-ਵਾਰ ਛਿੱਕ ਆ ਰਹੀ ਸੀ, ਪਰ ਵਾਰ-ਵਾਰ ਮੂੰਹ ਅੱਗੇ ਰੁਮਾਲ ਰੱਖ ਕੇ ਨਾ ਉਹਨੂੰ ਘੁੱਟਣ ਦੀ ਕੋਸ਼ਿਸ਼ ਕਰ ਰਹੇ ਸੀ। ਇਹਦੇ ਨਾਲ ਉਹਨਾਂ ਦੀ ਛਿੱਕ ਦੀ ਆਵਾਜ਼ ਬਦਲ ਕੇ ਨਾ ਬੜੀ ਭੱਦੀ ਜਿਹੀ ਹੋ ਜਾਂਦੀ। ਤੁਸੀਂ ਵੇਖਿਆ ਹੋਵੇਗਾ, ਛਿੱਕ ਮਾਰ ਕੇ ਤੇ ਬੰਦ ਕਰੋ ਤੇ ਹੋਰ ਤਰ੍ਹਾਂ ਦੀ ਆਵਾਜ਼ ਨਿਕਲਦੀ ਆ। ਉਹਨਾਂ ਦੇ ਨਾਲ ਬੈਠੇ ਸੀ ਇੱਕ ਸਾਹਿਬ ਹੋਣੀ, ਉਹਨਾਂ ਕਿਹਾ ਬਾਹਰ ਜਾ ਕੇ ਖੁੱਲ੍ਹ ਕੇ ਛਿੱਕ ਮਾਰਿਆ। ਤੇ ਅੱਗੋਂ ਭਾਈ ਸਾਹਿਬ ਕਹਿੰਦੇ, ਯਾਰ ਕਿੱਦਾਂ ਖੁੱਲ੍ਹ ਕੇ ਛਿੱਕ ਮਾਰਾਂ? ਮੇਰੀ ਘਰ ਵਾਲੀ ਨੇ ਕਿਹਾ ਸੀ ਜਦੋਂ ਛਿੱਕ ਆਵੇ ਤਾਂ ਸਮਝ ਲਈ ਕਿ ਮੈਂ ਹੀ ਬੁਲਾ ਰਹੀ ਹਾਂ। ਉਹ ਸੱਜਣ ਉਹਨਾਂ ਨੇ ਕਿਹਾ। ਫਿਰ ਉਹਨਾਂ ਨੇ ਦੋਸਤ ਨੇ ਕਹਿੰਦੇ, ਇਹਦੇ 'ਚ ਦਿੱਕਤ ਕੀ ਹੈ ਭਈ, ਚਲਾ ਜਾ ਬਾਹਰ ਪਤਨੀ ਕੋਲ ਚਲ ਜਾ ਤਾਂ ਕਿ ਜੇ ਯਾਦ ਕਰਦੀ ਹੈ ਤੇ। ਪਰ ਉਹ ਕਹਿੰਦਾ, ਬਈ ਮੈਂ ਆਪਣੀ ਪਤਨੀ ਕੋਲ ਜਾਣਾ ਨਹੀਂ ਚਾਹੁੰਦਾ, ਉਹਨੂੰ ਉੱਪਰ ਗਈ ਨੂੰ 3 ਸਾਲ ਹੋ ਗਏ ਨੇ। ਸੋ ਇਸ ਤਰ੍ਹਾਂ ਵੀ ਕਈ ਵਾਰੀ ਹੋ ਜਾਂਦਾ। ਸਾਡੇ ਵਾਲੇ ਸ਼੍ਰੀਮਤੀ ਜੀ ਸੰਗਰਾਂਦ ਵਾਲੇ ਦਿਨ ਮਹੀਨੇ ਦਾ ਨਾਂ ਜਾਂ ਤਾਂ ਗੁਰਦੁਆਰੇ ਦੇ ਭਾਈ ਤੋਂ ਸੁਣਦੀ ਆ, ਰੇਡੀਓ ਤੋਂ ਜਾਂ ਕਿਤੇ, ਤੇ ਜਾਂ ਕਿਸੇ ਮਰਦ ਦੇ ਮੂੰਹ ਤੋਂ ਸੁਣਦੀ ਆ। ਉਹਨੂੰ ਵਹਿਮ ਹੈ ਕਿ ਜੇ ਕਿਤੇ ਬੀਬੀ ਕੋਲੋਂ ਸੁਣ ਲਿਆ ਤਾਂ ਮਹੀਨਾ ਵਧੀਆ ਨਹੀਂ ਲੰਘੂਗਾ। ਉਹਨੇ ਕਈ ਵਾਰੀ ਮੇਰੇ ਕੋਲ ਪੁੱਛਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਇਹਨੂੰ ਉਹਦੇ ਮਨ ਦਾ ਵਹਿਮ ਕਰਕੇ ਨਸੀਹਤਾਂ ਦਿੰਦਾ ਰਹਿੰਦਾ। ਕੈਨੇਡਾ ਅਕਸਰ ਵੀ ਆ ਕੇ ਇੱਦਾਂ ਉਹ ਸੰਗਰਾਂਦ ਵਾਲੇ ਦਿਨ ਕਰਦੀ ਰਹਿੰਦੀ ਆ, ਹੋਰ ਕੁਝ ਨਹੀਂ। ਉਹ ਇੰਡੀਆ ਆਪਣੇ ਭਰਾ ਨੂੰ ਫੋਨ ਕਰ ਲੂਗੀ, ਉਹਦੇ ਕੋਲ ਮਹੀਨੇ ਦਾ ਨਾਂ ਪੁੱਛਦੀ ਆ। ਪਿਛਲੇ ਸਾਲ ਦੀ ਗੱਲ ਆ, ਸੰਗਰਾਂਦ ਵਾਲੇ ਦਿਨ ਘਰ ਵਿੱਚ ਕਦੇ ਉੱਪਰ ਜਾਵੇ ਕਦੇ ਥੱਲੇ ਜਾਵੇ। ਮੈਂ ਕਿਹਾ ਵੀ ਮਨਾ, ਇਹਨੂੰ ਕੀ ਹੋਇਆ? ਹਾਰ ਕੇ ਮੈਨੂੰ ਪੁੱਛਦੀ ਕਿ ਮਹੀਨਾ ਕਿਹੜਾ ਚੜਿਆ ਜੀ ਅੱਜ?
ਤੇ ਆਪਾਂ ਨਸੀਤਾਂ ਵਾਲਾ ਪਟਾਰਾ ਜੇ ਖੋਲ੍ਹਣ ਨਹੀਂ ਲੱਗੇ ਆ ਤਾਂ ਬਿਨਾਂ ਸੁਣੇ ਥੱਲੇ ਆ ਗਈ ਪੌੜੀਆਂ ਉਤਰ ਕੇ। ਅਸਲ 'ਚ ਜਦ ਕੈਨੇਡਾ 'ਚ ਸਵੇਰ ਹੁੰਦੀ ਆ ਨਾ, ਉਦੋਂ ਇੰਡੀਆ ਰਾਤ ਹੋਈ ਹੁੰਦੀ ਆ। ਤੇ ਰਾਤ ਹੋਣ ਕਰਕੇ ਉਦੋਂ ਸਾਡੇ ਸਾਲਾ ਸਾਹਿਬ ਕੁਝ ਜ਼ਿਆਦਾ ਹੀ ਸੋਮਰਸ ਦਾ ਸੇਵਨ ਕਰੀ ਬੈਠੇ ਸੀ ਤੇ ਫੋਨ ਨਹੀਂ ਸੀ ਚੁੱਕ ਰਿਹਾ ਆਪਣੀ ਭੈਣ ਦਾ। ਮੈਂ ਸਵੇਰੇ ਸਵੇਰੇ ਥੱਲੇ ਹੇਠਾਂ ਗੋਚਕ ਦੀ ਆਵਾਜ਼ ਸੁਣੀ। ਮੈਂ ਹੈਰਾਨੀ ਨਾਲ ਹੇਠਾਂ ਉਤਰਿਆ ਤੇ ਬੱਬੂ ਮਾਨ ਦਾ ਗੀਤ ਲੱਗਾ ਹੋਇਆ ਸੀ, ਸਾਉਣ ਦੀ ਝੜੀ ਨਹੀਂ ਲੱਗੀ ਸਾਉਣ ਦੀ ਝੜੀ। ਮੈਂ ਕਿਹਾ ਕੀ ਗੱਲ ਹੋ ਗਈ, ਮਹੀਨੇ ਦਾ ਨਾਂ ਨਹੀਂ ਸੁਣਨਾ ਅੱਜ? ਕਹਿੰਦੀ ਰੱਖੋ ਆਪਣਾ ਮਹੀਨਾ ਆਪਣੇ ਕੋਲ। ਮੈਂ ਬੱਬੂ ਮਾਨ ਤੋਂ ਸੁਣ ਲਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਕ ਕੇ ਯਾਰੀ ਜ਼ਿੰਦਗੀ 'ਚ ਵਾਪਰਦੀਆਂ। ਆਪਣਾ ਢੇਰ ਸਾਰਾ ਖਿਆਲ ਰੱਖੋ। ਤੁਹਾਡਾ ਧੰਨਵਾਦ। ਪ੍ਰੋਗਰਾਮ ਲੋਕ ਆਵਾਜ਼ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਸਾਥੀ ਗੁਰਬਾਜ ਸ਼ੀਨਾ ਤੇ ਅੱਜ ਅਸੀਂ ਪੇਸ਼ ਕਰ ਰਹੇ ਹਾਂ ਜਿਹੜੀ ਹਸਤੀ ਨੂੰ ਤੁਹਾਡੇ ਸਾਹਮਣੇ, ਉਹ ਹੈ ਸਰਦਾਰ ਮਹਾਂਵੀਰ ਸਿੰਘ ਗਿੱਲ, ਅਜੀਤ ਦੇ ਪ੍ਰਬੁੱਧ ਪੱਤਰਕਾਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਮੰਤਰਿਤ ਮੈਂਬਰ ਨੇ, ਸਾਹਿਤ ਸਭਾ ਚਗਾਵਾਂ ਦੇ ਉਹ ਅਹੁਦੇਦਾਰ ਨੇ। ਇਹਦੇ ਨਾਲ ਹੀ ਉਹ ਸਾਬਕਾ ਸਰਪੰਚ ਨੇ ਪਿੰਡ ਦੇ, ਤੇ ਪੱਤਰਕਾਰੀ ਦੇ ਨਾਲ ਪੇਸ਼ੇ ਵਜੋਂ ਉਹ ਡਾਕਟਰ ਨੇ ਔਰ ਉਹਨਾਂ ਦਾ ਆਪਣਾ ਕਲੀਨਿਕ ਆ ਔਰ ਮੈਡੀਕਲ ਸਟੋਰ ਆ। ਲੋਕਾਂ ਦੇ ਨਾਲ ਬਹੁਤ ਨੇੜਿਓਂ ਉਹ ਜੁੜੇ ਹੋਏ ਆ ਤੇ ਇਹਦੇ ਨਾਲ ਉਹ ਇੱਕ ਪ੍ਰਬੁੱਧ ਸ਼ਾਇਰ ਨੇ। ਉਹਨਾਂ ਦੀਆਂ ਕਿਤਾਬਾਂ ਛਪ ਚੁੱਕੀਆਂ ਔਰ ਕਹਾਣੀਕਾਰ ਨੇ। ਔਰ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਬਾਰੇ ਤੇ ਬਾਕੀ ਉਹਨਾਂ ਦੇ ਜੁੜੇ ਹੋਏ ਜਿਹੜੇ ਸਰੋਕਾਰ ਆ ਉਹਨਾਂ ਬਾਰੇ ਗੱਲ ਕਰਾਂਗੇ। ਤੁਹਾਡਾ ਪ੍ਰੋਗਰਾਮ ਲੋਕ ਆਵਾਜ਼ ਦੇ ਵਿੱਚ ਬਹੁਤ-ਬਹੁਤ ਸਵਾਗਤ ਜੀ। ਬਹੁਤ ਧੰਨਵਾਦ ਗੁਰਬਾਜ ਜੀ, ਤੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੇ ਆਪਾਂ ਸ਼ੁਰੂ ਕਰਦੇ ਹਾਂ ਕਿ ਇਹ ਆਪਾਂ ਤੁਹਾਡੀ ਸ਼ਾਇਰੀ ਤੋਂ ਸ਼ੁਰੂ ਕਰਦੇ ਹਾਂ ਕਿ ਸ਼ਾਇਰੀ ਜਾਂ ਲਿਖਣ ਦੀ ਜਿਹੜੀ ਚੇਟਕ ਹੈ ਇਹ ਤੁਹਾਨੂੰ ਕਿੱਥੋਂ ਲੱਗੀ? ਇਹ ਗੁਰਬਾਜ ਜੀ, ਮੈਨੂੰ ਜਿਹੜੀ ਲਿਖਣ ਦੀ ਇਹ ਤਾਂ ਬਚਪਨ ਤੋਂ ਹੀ ਜਿੱਦਾਂ ਮੈਨੂੰ ਖਾਨਦਾਨੀ ਮਿਲੀ ਮੇਰੇ ਪਰਿਵਾਰ ਤੋਂ ਹੀ। ਮੇਰੇ ਪਿਤਾ ਜੀ ਵੀ ਕੁਝ ਸ਼ਾਇਰੀ ਰਚਦੇ ਕੇ ਲਿਖਦੇ ਸੀ ਤੇ ਸਟੇਜਾਂ 'ਤੇ ਗਾਉਂਦੇ ਵੀ ਸੀ। ਉਹ ਬੜੇ ਵਧੀਆ ਕਵੀ ਹੋਏ, ਆਪਣਾ ਸਟੇਜੀ ਕਵੀ ਨੇ। ਨਾਲ ਉਹ ਜਿਹੜੇ ਸਾਹਿਤ ਨਾਲ ਜੁੜੇ ਨੇ, ਸਾਹਿਤ ਪੜ੍ਹਦੇ ਸੀ ਤੇ ਸਾਨੂੰ ਵੀ ਉਹਨੇ ਪੜ੍ਹਨ ਦੀ ਜਿਹੜੀ ਉਹਨਾਂ ਨੇ ਚੇਟਕ ਲਾਈ ਤੇ ਉਹੋ ਹੀ ਜਿਹੜੀ ਚੇਟਕ ਦੀ ਹੌਲੀ ਸਾਨੂੰ ਸਾਹਿਤ ਲਿਖਣ ਵੱਲ ਜਿਹੜੀ ਲੈ ਗਈ। ਤੇ ਤੁਸੀਂ ਨਾਲ ਪੱਤਰਕਾਰ ਵੀ ਹੋ, ਡਾਕਟਰ ਵੀ ਹੋ, ਲੋਕਾਂ ਨਾਲ ਜੁੜੇ ਜੇ। ਨਹਿਰੂ ਯੁਵਾ ਜਿਹੜਾ ਕੇਂਦਰ ਆ ਉਹਦੇ ਵੀ ਤੁਸੀਂ ਪ੍ਰਧਾਨ ਹੋ, ਵੱਖ-ਵੱਖ ਸਮਾਗਮ ਰਚਾਉਂਦੇ ਰਹਿੰਦੇ ਹੋ। ਤੋ ਇਹਨੇ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਤੁਸੀਂ ਕਿੱਦਾਂ ਇਹ ਸਾਰਾ ਕੁਝ ਜਿਹੜਾ ਮੈਨੇਜ ਕਰ ਲੈਂਦੇ ਹੋ? ਮੈਂ ਇਹਨਾਂ ਨੂੰ ਵੱਖ-ਵੱਖ ਜਿਹੜਾ ਸਮਾਂ ਦੇ ਲੈਂਦਾ ਵਾਂ, ਕਿਉਂਕਿ ਮੈਂ ਜਿੱਥੇ ਬਹੁਤ ਹੀ ਪਵਿੱਤਰ ਕਿੱਤੇ ਡਾਕਟਰੀ ਦੇ ਨਾਲ ਜੁੜਿਆ ਆ, ਉਹਦੇ ਲਈ ਜਿਹੜਾ ਸਾਡਾ ਇੱਕ ਨਿਯਮਬੱਧ ਸਮਾਂ ਹੁੰਦਾ ਸਵੇਰ ਤੋਂ ਸ਼ਾਮ ਤੱਕ ਦਾ। ਤੇ ਜਿਹੜਾ NYK ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦਾ ਅਦਾਰਾ, ਉਹਦੇ ਲਈ ਅਸੀਂ ਜਿਹੜਾ ਉਹ ਛੁੱਟੀ ਵਾਲੇ ਦਿਨ ਹੀ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਹਾਂ। ਭਾਵੇਂ ਉਹ ਬੱਚੀ ਭਰੂਣ ਹੱਤਿਆ 'ਤੇ ਹੋਵੇ, ਭਾਵੇਂ ਉਹ ਨਸ਼ਿਆਂ ਦੇ ਵਿਰੁੱਧ ਹੋਵੇ, ਭਾਵੇਂ ਕਿਸੇ ਵੀ ਸਮਾਜਿਕ ਬੁਰਾਈ ਦੇ ਵਿਰੁੱਧ ਹੋਵੇ, ਉਹ ਅਸੀਂ ਜਿਹੜਾ ਸਮੇਂ ਦੇ ਨਾਲ ਉਹਦੀ ਵੰਡ ਦੇ ਅਨੁਸਾਰ ਕੀਤਾ ਜਾਂਦਾ। ਤੇ ਮੈਂ ਜਿਹੜਾ ਆਪਣੇ ਪੱਤਰਕਾਰੀ ਜਿਹੜਾ ਮੈਂ ਅਜੀਤ ਅਖਬਾਰ ਦਾ ਪਿਛਲੇ 17 ਸਾਲ ਤੋਂ ਪੱਤਰਕਾਰੀ ਕਰ ਰਿਹਾ, ਉਹ ਮੈਨੂੰ ਜਿਹੜਾ ਸ਼ੌਂਕ ਸੀ ਲਿਖਣ ਦਾ ਉਹੀ ਪੱਤਰਕਾਰੀ ਵੱਲ ਲੈ ਕੇ ਗਿਆ ਤੇ ਉਹਨੇ ਹੀ ਸਾਹਿਤ ਦੇ ਨਾਲ ਜੋੜਿਆ। ਤੇ ਮੈਂ ਜਿੱਥੇ ਸਾਹਿਤ ਦੇ ਨਾਲ ਵੀ ਜੁੜਿਆ ਤੇ ਉੱਥੇ ਪੱਤਰਕਾਰੀ ਜਿਹੜੀ ਆ ਉਹ ਵੀ ਬਖੂਬੀ ਪਰਮਾਤਮਾ ਦੀ ਮਿਹਰ ਨਾਲ ਕਰ ਰਿਹਾ। ਤੇ ਜਦੋਂ ਬੰਦਿਆ ਕੋਈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇਕੱਠੀਆਂ ਨਿਭਾਉਂਦਾ ਤੇ ਉਹਦੇ 'ਚ ਉਹਦੇ ਪਰਿਵਾਰ ਦਾ ਵੀ ਬੜਾ ਵੱਡਾ ਯੋਗਦਾਨ ਹੁੰਦਾ, ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਮਗਰ ਬੱਚਿਆਂ ਦੀ ਪਰਵਰਿਸ਼ ਤੇ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਜ਼ਰੂਰ ਚਾਨਣਾ ਪਾਓ, ਮਾਤਾ ਪਿਤਾ ਬਾਰੇ। ਹਾਂਜੀ, ਮੇਰੇ ਪਿਤਾ ਜੀ ਸਰਪੰਚ ਜਿਹੜੇ ਪਿੰਡ ਦੇ ਰਹੇ 10 ਸਾਲ, ਸਰਦਾਰ ਮੱਕੜ ਸਿੰਘ ਜੀ ਸੰਤੂ ਨੰਗਲ। ਮੇਰੇ ਮਾਤਾ ਜੀ ਸ਼੍ਰੀਮਤੀ ਸੁਖਬੀਰ ਕੌਰ ਜੀ ਗਿੱਲ ਸਾਹਿਬ, ਉਹ 5 ਸਾਲ ਪਿਤਾ ਜੀ ਸਰਪੰਚ ਰਹੇ, 5 ਸਾਲ ਮਾਤਾ ਜੀ ਰਹੇ। ਮੇਰੀ ਜਿਹੜੀ ਵਾਈਫ ਹੈ ਰਜਿੰਦਰ ਕੌਰ ਗਿੱਲ, ਉਹਨਾਂ ਦਾ ਬੜਾ ਵੱਡਾ ਸਹਿਯੋਗ ਹੈ। ਉਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹਿੰਦੀ, ਕਿਉਂਕਿ ਮੈਂ ਕਿਸੇ ਵੇਲੇ ਬਾਹਰੀ ਰੁਝੇਵਿਆਂ ਕਰਕੇ ਘਰ ਤੋਂ ਬਾਹਰ ਜਾਂਦਾ ਤਾਂ ਉਹ ਮੇਰਾ ਸਾਰਾ ਕਾਰੋਬਾਰ ਜਿਹੜਾ ਸੰਭਾਲ ਲੈਂਦੇ ਆ। ਉਹਨਾਂ ਦਾ ਮੈਨੂੰ ਬੜਾ ਵੱਡਾ ਸਹਿਯੋਗ ਹੈ। ਮੇਰੀ ਇੱਕ ਬੇਟੀ ਹੈ ਛੋਟੀ, ਉਹ +1 'ਚ ਪੜ੍ਹਦੀ ਹੈ ਤੇ ਬੇਟਾ ਮੇਰਾ ਜਿਹੜਾ ਉਹ +2 ਕਰਕੇ ਕੈਨੇਡਾ ਵਿੱਚ ਪੜ੍ਹਾਈ ਕਰ ਰਿਹਾ। ਤੇ ਬਹੁਤ ਵਧੀਆ ਸਾਰੇ ਪਰਿਵਾਰ ਦਾ ਜਿਹੜਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ। ਪਰਿਵਾਰ ਦਾ ਸਹਿਯੋਗ ਹੈ ਤਾਂ ਹੀ ਤੁਸੀਂ ਇੰਨਾ ਜ਼ਿਆਦਾ ਅੱਗੇ ਇੰਨੀਆਂ ਜ਼ਿਆਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ। ਤੇ ਆਪਣੀ ਸਾਹਿਤਕ ਕਿਰਤਾਂ ਬਾਰੇ ਦੱਸੋ ਵੀ ਸਭ ਤੋਂ ਪਹਿਲਾਂ ਕਿੱਥੇ ਛਪੇ ਤੁਸੀਂ ਤੇ ਉਸ ਤੋਂ ਬਾਅਦ? ਮੈਂ ਵੱਖ-ਵੱਖ ਅਖਬਾਰਾਂ ਜਿਵੇਂ ਅਜੀਤ, ਜਗਬਾਣੀ, ਨਵਾਂ ਜ਼ਮਾਨਾ,
ਅੱਜ ਦੀ ਆਵਾਜ਼ ਅਤੇ ਹੋਰ ਵੱਖ-ਵੱਖ ਜਿਹੜੇ ਮੈਗਜ਼ੀਨ ਆਪਣੇ ਚੱਲਦੇ ਸੀ ਨਿਕਲਦੇ ਨੇ, ਉਹਨਾਂ ਦੇ ਵਿੱਚ ਮੇਰੀਆਂ ਰਚਨਾਵਾਂ ਛਪਣੀਆਂ ਸ਼ੁਰੂ ਹੋਈਆਂ। ਅਤੇ ਹੌਲੀ-ਹੌਲੀ ਇਹ ਰਚਨਾਵਾਂ ਜਿਹੜੀਆਂ ਫਿਰ ਮੈਨੂੰ ਕਿਤਾਬਾਂ ਵੱਲ ਲੈ ਗਈਆਂ। ਮੈਂ ਕਹਾਣੀ ਵੀ ਲਿਖੀ, ਮੈਂ ਗੀਤ ਲਿਖੇ, ਕਵਿਤਾਵਾਂ ਲਿਖੀਆਂ, ਅਤੇ ਮੇਰੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਹੁਣ ਤੱਕ 2 ਕਿਤਾਬਾਂ, ਜਿਹਦਾ ਪਹਿਲੀ ਕਿਤਾਬ ਹਵਾਵਾਂ ਨੂੰ ਕਹੋ ਅਤੇ ਦੂਸਰੀ ਕਿਤਾਬ ਜ਼ਿੰਦਗੀ ਦੇ ਰੂਬਰੂ ਛਪੀਆਂ। ਅਤੇ ਪਹਿਲੀ ਕਿਤਾਬ ਹਵਾਵਾਂ ਦੇ ਕਹੋ ਦੇ ਤੀਜੇ ਸਾਲ ਵਿੱਚ ਉਹਦਾ ਨਵਾਂ ਐਡੀਸ਼ਨ ਵੀ ਛਪ ਕੇ ਆਇਆ, ਜਿਹਨੂੰ ਦਰਸ਼ਕਾਂ ਨੇ, ਆਪਣੇ ਸਰੋਤਿਆਂ ਨੇ, ਪਾਠਕਾਂ ਨੇ ਬੜਾ ਮਾਣ ਸਨਮਾਨ ਦਿੱਤਾ। ਬਹੁਤ ਵਧੀਆ ਜੀ। ਮੈਂ ਚਾਹੂੰਗਾ ਕਿ ਤੁਸੀਂ ਆਪਣੀ ਕੋਈ ਰਚਨਾ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰੋ ਅਤੇ ਉਹਨਾਂ ਨੂੰ, ਤਾਂ ਕਿ ਉਹ ਵੀ ਤੁਹਾਨੂੰ ਸੁਣ ਸਕਣ, ਤੁਹਾਡੀ ਰਚਨਾ ਨੂੰ ਮਾਣ ਸਕਣ। ਅਤੇ ਸਾਡਾ ਮਸਲਾ ਜਿਹੜਾ ਆ, ਸਾਡਾ ਜਿਹੜਾ ਮਕਸਦ ਆ, ਉਹ ਅਸਲ 'ਚ ਇਹ ਪ੍ਰੋਗਰਾਮ ਦਾ ਇਹੀ ਆ ਕਿ ਉਹ ਸ਼ਾਇਰ, ਉਹ ਕਹਾਣੀਕਾਰ ਜਿਹੜੇ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜੇ ਆ, ਲੋਕ ਮਸਲਿਆਂ ਨਾਲ ਜੁੜੇ ਆ, ਅਤੇ ਉਹਨਾਂ ਦੀ ਸੋਚ ਕਿਵੇਂ ਦੀ ਆ, ਉਹ ਤੁਸੀਂ ਆਪਣੀ ਜ਼ਰੂਰ ਇਸ ਤਰ੍ਹਾਂ ਦੀ ਸੋਚ ਨੂੰ ਗਿਆਨ ਦੀ ਕੋਈ ਕਵਿਤਾ। ਮੈਂ ਆਪਣੀ ਹਵਾਵਾਂ ਨੂੰ ਕਹੋ ਕਿਤਾਬ ਦੇ ਵਿੱਚ ਇੱਕ ਕਵਿਤਾ ਆਪ ਜੀ ਨਾਲ ਸਾਂਝੀ ਕਰਦਾ। ਮੇਰੀ ਕਵਿਤਾ ਦਾ ਨਾਂ ਹੈ ਕੈਕਟਸ। ਮੈਂ ਸਮੇਂ ਦੀ ਹਿੱਕ 'ਤੇ ਪੈਰ ਰੱਖ ਨਵੀਆਂ ਪੈੜਾਂ ਨੂੰ ਪਾਉਣਾ ਏ, ਮੈਂ ਬਣਨਾ ਏ ਲੋ ਮੁਹੱਬਤਾਂ ਦੀ ਤੇ ਪਿਆਰ ਦਾ ਦੀਪ ਜਗਾਉਣਾ ਏ, ਜੋ ਮਨੁੱਖਤਾ ਦੇ ਰਾਹ ਵਿੱਚ ਖੜੀਆਂ ਨੇ ਮੈਂ ਰੋਕਾਂ ਨੂੰ ਹਟਾਉਣਾ ਏ, ਮੈਂ ਪੁੱਟਾਂਗਾ ਜੜ ਗੁਲਾਮੀ ਦੀ, ਮੈਂ ਹੜ ਬਣ ਕੇ ਆਉਣਾ ਏ, ਮੈਂ ਬਣਨਾ ਨਹੀਂ ਕੈਕਟਸ ਗਮਲੇ ਦੀ, ਮੈਂ ਹਵਾਵਾਂ ਦੇ ਨਾਲ ਤੁਰਨਾ ਏ, ਜੋ ਮੈਂ ਉੱਡਣਾ ਵਿੱਚ ਆਕਾਸ਼ਾਂ ਦੇ, ਮੈਂ ਪਰਬਤਾਂ ਮੂਹਰੇ ਖੜਨਾ ਏ, ਮੈਂ ਜਿਉਣਾ ਏ ਵਾਂਗ ਚਟਾਨਾਂ ਦੇ, ਮੈਂ ਪੱਤਿਆਂ ਵਾਂਗ ਨਹੀਂ ਝੜਨਾ ਏ, ਜਿੱਥੇ ਬੱਚੇ ਭੁੱਖੇ ਸੌਂਦੇ ਨੇ ਮੈਂ ਉਹਨਾਂ ਗਲੀਆਂ ਵਿੱਚ ਜਾਵਾਂਗਾ, ਮੈਂ ਡੋਲ ਕੇ ਮੁੜਕਾ ਆਪਣਾ ਭੁੱਖ ਉਹਨਾਂ ਦੀ ਮਿਟਾਵਾਂਗਾ, ਮੈਂ ਉਹਨਾਂ ਕਾਲੀਆਂ ਰਾਤਾਂ ਨੂੰ ਦੇਸ਼ ਆਪਣੇ 'ਚੋਂ ਕੱਢਣਾ ਏ, ਮੈਂ ਹੱਸ ਚੜਾਂਗਾ ਫਾਂਸੀਆਂ 'ਤੇ, ਮੈਂ ਜ਼ੁਲਮ ਦਾ ਰੱਸਾ ਵੱਢਣਾ ਏ, ਮੈਂ ਬਣਨਾ ਨਹੀਂ ਕੈਕਟਸ ਗਮਲੇ ਦੀ, ਮੈਂ ਹਵਾਵਾਂ ਦੇ ਨਾਲ ਚੱਲਣਾ ਏ। ਵਾਹ ਜੀ ਵਾਹ। ਮੈਂ ਬਣਨਾ ਨਹੀਂ ਕੈਕਟਸ ਗਮਲੇ ਦੀ, ਮੈਂ ਹਵਾਵਾਂ ਦੇ ਨਾਲ ਚੱਲਣਾ। ਬਹੁਤ ਸੋਹਣੇ ਵਿਚਾਰ। ਅਤੇ ਇਹ ਤੁਸੀਂ ਜਦੋਂ ਲਿਖਦੇ ਹੋ ਅਤੇ ਇਹ ਕਿਸ ਤਰ੍ਹਾਂ, ਮਤਲਬ ਇਹ ਜਿਹੜੀਆਂ ਕਵਿਤਾਵਾਂ ਦਾ ਜਨਮ ਹੁੰਦਾ, ਕਹਾਣੀਆਂ ਦਾ ਜਨਮ ਹੁੰਦਾ, ਇਹ ਪਾਤਰ ਜਾਂ ਇਹ ਜਿਹੜੀ ਸੋਚ ਹੈ, ਇਹ ਕਿੱਥੋਂ ਨਿਕਲਦੀ ਆ? ਬਸ ਇਹ ਕੁਦਰਤੀ ਤੌਰ 'ਤੇ ਤਾਂ ਇਹ ਜਿਹੜੀ ਕਹਾਣੀ ਲਿਖਣੀ ਜਾਂ ਕਵਿਤਾ ਲਿਖਣੀ, ਇਹ ਮਨ ਦੇ ਸਰੋਕਾਰਾਂ ਦੀ ਗੱਲ ਆ। ਕਵਿਤਾ ਤਾਂ ਮਨੋਭਾਵਾਂ ਦੀ ਗੱਲ ਆ। ਕਵਿਤਾ ਇੱਕ ਦਿਲ 'ਚ ਉੱਗਦੀ ਆ। ਕਵਿਤਾ ਇੱਕ ਜਿਸ ਤਰ੍ਹਾਂ ਆਪਣੇ ਆਪ ਹੀ ਆ ਜਾਂਦੀ ਆ, ਇਹਨੂੰ ਜ਼ਬਰਦਸਤੀ ਨਹੀਂ ਲਿਖਿਆ ਜਾ ਸਕਦਾ। ਅਤੇ ਕਹਾਣੀ ਕਈ ਵਾਰੀ ਕਿੰਨਾ ਚਿਰ ਘੁੰਮਦੀ ਰਹਿੰਦੀ ਦਿਮਾਗ ਦੇ ਵਿੱਚ, ਉਹਨੂੰ ਜਿਹੜਾ ਹੌਲੀ ਹੌਲੀ ਇੱਕ ਪਲੇਟਫਾਰਮ 'ਤੇ ਇਕੱਠਾ ਕਰਕੇ ਪਾਤਰਾਂ ਨੂੰ, ਅਤੇ ਫਿਰ ਉਹ ਕਹਾਣੀ ਦਾ ਰੂਪ ਦਿੱਤਾ ਜਾਂਦਾ। ਕਵਿਤਾ ਅਤੇ ਕਹਾਣੀ ਦਾ ਜਿਹੜਾ ਪੱਖ ਆ ਆਪਣਾ ਲਿਖਣ ਤਾਂ ਵੱਖਰੀ ਆ, ਪਰ ਮੈਂ ਕੋਸ਼ਿਸ਼ ਕੀਤੀ ਆ, ਕਹਾਣੀ ਵੀ ਲਿਖੀ ਆ, ਕਵਿਤਾ ਵੀ ਲਿਖੀ ਆ, ਅਤੇ ਮੈਂ ਕਹਾਣੀਆਂ ਦੀ ਜਿਹੜੀ ਕਿਤਾਬ ਹੈ ਸ਼ਾਇਦ ਐਸੇ ਸਾਲ ਦੇ ਵਿੱਚ ਲੈ ਕੇ ਆਵਾਂਗਾ, ਆਪਣਾ ਪਾਠਕਾਂ ਦੇ ਰੂਬਰੂ ਕਰਾਂਗਾ ਕਹਾਣੀਆਂ ਦੀ ਕਿਤਾਬ ਵੀ, ਅਤੇ ਕਵਿਤਾਵਾਂ ਵੀ ਹੋਰ ਨਵੀਆਂ ਲਿਖੀਆਂ ਮੈਂ ਲਿਖ ਰਿਹਾ ਲਗਾਤਾਰ। ਤੁਸੀਂ ਸਰਪੰਚ ਵੀ ਰਹੇ ਔਰ ਤੁਹਾਡਾ ਪੱਤਰਕਾਰ ਵੀ ਹੋ, ਡਾਕਟਰ ਵੀ ਹੋ, ਲੋਕਾਂ ਦੇ ਨਾਲ ਬੜਾ ਨੇੜੇ ਦਾ ਵਾਹ ਆ, ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਬੜਾ ਨੇੜੇ ਦਾ ਵਾਹ। ਅਤੇ ਕੀ ਅਸੀਂ ਜਦੋਂ ਤੁਸੀਂ ਇਹ ਵਰਤਾਰਿਆਂ ਨੂੰ ਵੇਖਦੇ ਹੋ, ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋ, ਅਤੇ ਕੀ ਉਦੋਂ ਇਹ ਜਿਹੜਾ ਹੈਗਾ ਉਸ ਵੇਲੇ ਤੁਹਾਡੇ ਦਿਮਾਗ 'ਚ ਆਉਂਦੀ ਹੈ ਕੋਈ ਗੱਲ ਕਿ ਉੱਥੋਂ ਵੀ ਕਵਿਤਾ ਦਾ ਕੋਈ ਜਨਮ ਹੁੰਦਾ ਜਾਂ ਕਹਾਣੀ ਦਾ ਜਨਮ ਹੁੰਦਾ? ਜਦੋਂ ਬਿਲਕੁਲ ਜਦੋਂ ਜੇ ਆਪਾਂ ਗੱਲ ਕਰੀਏ, ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਹੁਣ ਤੱਕ 73 ਸਾਲ ਹੋ ਗਏ ਆ, ਪਰ ਸਾਡੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਅਜੇ ਤੱਕ ਉਹ ਉਸੇ ਤਰ੍ਹਾਂ ਹੀ ਮੂੰਹ ਅੱਡੀ ਖੜੀਆਂ ਨੇ। ਜਿਸ ਤਰ੍ਹਾਂ ਸਾਡੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਿਹੜੀਆਂ ਉਹ ਨਹੀਂ ਹਾਲੇ ਤੱਕ ਬਣੀਆਂ। ਸਾਡੀਆਂ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੋਈ ਜਾ ਰਹੇ, ਜਿਹੜੇ ਅਮੀਰ ਆ ਹੋਰ ਅਮੀਰ ਹੋਈ ਜਾ ਰਹੇ ਆ। ਇਹ ਜਿਹੜਾ ਇੱਕ ਪਾੜਾ ਆ, ਇਹ ਲਗਾਤਾਰ ਵੱਧਦਾ ਜਾ ਰਿਹਾ। ਗਰੀਬ ਅੱਜ ਰੋਟੀ ਤੋਂ ਵੀ ਜਿਹੜਾ ਅੱਤ ਰਿਹਾ। ਅਤੇ ਮੈਂ ਕਈ ਵਾਰੀ ਕੋਸ਼ਿਸ਼ ਕਰਦਾ ਕਿ ਕਵਿਤਾ ਜਿਹੜੀ ਆ ਉਹ ਉਹਨਾਂ ਮਾਤੜ ਲੋਕਾਂ ਦੀ ਲਿਖੀ ਜਾਵੇ, ਉਹਨਾਂ ਲੋਕਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਲੋਕਾਂ ਨੂੰ ਬੜੀ ਲੋੜ ਆ ਅਜੇ ਉਹਨਾਂ ਨੂੰ ਬੜੀਆਂ ਲੋੜਾਂ ਨੇ, ਉਹਨਾਂ ਦੀਆਂ ਜ਼ਰੂਰਤਾਂ ਨੇ, ਬੜੀਆਂ ਉਹਨਾਂ ਨੂੰ ਮੁਸ਼ਕਿਲਾਂ ਨੇ, ਤੰਗੀਆਂ ਨੇ, ਤੁਰਚੀਆਂ ਨੇ। ਉਹਨਾਂ ਦੇ ਤੱਕ ਜਿਹੜੀ ਆ ਉਹ ਕਵਿਤਾ ਸ਼ਾਇਦ ਉਹਨਾਂ ਤੱਕ ਪਹੁੰਚਦੀ ਨਹੀਂ, ਜਾਂ ਉਹਨਾਂ ਦੀ ਗੱਲ ਅਜੇ ਤੱਕ ਉੱਥੇ ਨਹੀਂ ਪਹੁੰਚਦੀ ਜਿੱਥੇ ਪਹੁੰਚਣੀ ਚਾਹੀਦੀ। ਸ਼ਾਇਦ ਮੈਂ ਮੰਨਦਾ ਕਿ ਸਾਡੀ ਕੁਝ ਘਾਟਾਂ ਨੇ ਜਾਂ ਉਣਤਾਈਆਂ ਨੇ, ਅਤੇ ਜਿਹੜੀ ਗੱਲ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਲੋਕਾਂ ਦੀ ਲਿਖੀ ਜਾਵੇ, ਉਹਨਾਂ ਲੋਕਾਂ ਦੀਆਂ ਕਿਰਤਾਂ ਲਿਖੀਆਂ ਜਾਣ, ਅਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਮਾਤਰ ਲੋਕਾਂ ਦੀ ਗੱਲ ਕੀਤੀ ਜਾਵੇ। ਬਹੁਤ ਵਧੀਆ ਜੀ। ਬਹੁਤ ਵਾਰ ਜਿਹੜੀ ਕਵਿਤਾ ਉਹ ਏਸੀ ਰੂਮ 'ਚ ਬਹਿ ਕੇ ਲਿਖੀ ਜਾਂਦੀ ਆ, ਅਤੇ ਉਹ ਲਿਖੀ ਉਹਨਾਂ ਦੀ ਜਾਂਦੀ ਹੈ ਜਿਨ੍ਹਾਂ ਦੇ ਤਨ 'ਤੇ ਕੱਪੜਾ ਵੀ ਨਹੀਂ, ਅਤੇ ਉਹ ਨੰਗੇ ਪੈਰ ਨੇ, ਔਰ ਉਹ ਕਵਿਤਾ ਉਹਨਾਂ ਨਾਲ ਕਦੀ ਇਨਸਾਫ ਨਹੀਂ ਕਰ ਸਕਦੀ। ਜਦੋਂ ਤੁਸੀਂ ਉਹਨਾਂ ਦੇ ਲਾਗੇ ਜਾਂਦੇ ਹੋ ਜਾਂ ਉਹ ਸੰਤਾਪ ਕਦੀ ਕਵੀ ਨੇ ਖੁਦ ਹੰਢਾਇਆ ਹੋਵੇ, ਉਹਦੇ 'ਚੋਂ ਇਹ ਕਵਿਤਾ ਨਿਕਲਦੀ ਹੈ।
ਤੇ ਅੱਗੇ ਤੁਹਾਡੀ ਕੀ ਇਹ ਸਾਹਿਤ ਨੂੰ ਲੈ ਕੇ ਕੀ ਪਲੈਨਿੰਗ ਆ ਕਿ ਤੁਸੀਂ ਕੀ ਇਹਦੇ ਵਿੱਚ ਨਵਾਂ ਅੱਗੇ ਕਰ ਰਹੇ ਜੀ, ਕਿਉਂਕਿ ਤੁਸੀਂ ਨੌਜਵਾਨ ਜੇ, ਤੁਹਾਡੇ ਕੋਲ ਸ਼ਕਤੀ ਆ, ਊਰਜਾ ਆ, ਕਿ ਅੱਗੇ ਤੁਸੀਂ ਕੀ ਕਰ ਰਹੇ ਹੋ ਸਾਹਿਤ ਦੇ ਵਿੱਚ, ਕੀ ਪਲੈਨਿੰਗ ਬਣਾਈ? ਮੈਂ ਜਦੋਂ ਇਸ ਸਾਲ ਕੇਂਦਰੀ ਪੰਜਾਬੀ ਲੇਖ ਸਭਾ ਦਾ ਮੈਨੂੰ ਅੰਤਰਿਮ ਮੈਂਬਰ ਨਿਯੁਕਤ ਕੀਤਾ ਗਿਆ ਤਾਂ ਮੈਨੂੰ ਇੱਕ ਜ਼ਿੰਮੇਵਾਰੀ ਮਹਿਸੂਸ ਹੋਈ ਕਿ ਸਾਨੂੰ ਸਾਹਿਤ ਦੇ ਖੇਤਰ ਵਿੱਚ ਖਾਸ ਕਰਕੇ ਪੰਜਾਬੀ ਮਾਂ ਬੋਲੀ ਲਈ ਸਾਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਆ। ਅਸੀਂ ਕਈ ਵਾਰੀ ਸ਼ੌਂਕੀਆ ਲਿਖਦੇ ਹਾਂ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਨੂੰ ਸ਼ੌਂਕ ਨੂੰ ਜਿਹੜਾ ਲੋਕਾਂ ਦੀ ਗੱਲ ਕਰਕੇ ਲਿਖਿਆ ਜਾਵੇ, ਲੋਕਾਂ ਦੀ ਹੀ ਗੱਲ ਕੀਤੀ ਜਾਵੇ, ਲੋਕਾਂ ਦੇ ਦੁੱਖਾਂ ਸੁੱਖਾਂ ਦੀ ਗੱਲ ਕੀਤੀ ਜਾਵੇ। ਤੇ ਮੈਂ ਕੋਸ਼ਿਸ਼ ਕਰ ਰਿਹਾ ਕਹਾਣੀਆਂ ਦੀ ਕਿਤਾਬ ਲੈ ਕੇ ਆਊਂਗਾ, ਕਵਿਤਾਵਾਂ ਦੀ ਕਿਤਾਬ ਲੈ ਕੇ ਆਊਂ, ਜਿਹੜੀ ਕਿ ਉਹਨਾਂ ਪਛੜੇ ਹੋਏ ਵਰਗਾਂ ਦੇ ਲੋਕਾਂ ਦੇ, ਪੇਂਡੂ ਧਰਾਤਲ ਨਾਲ ਜੁੜੇ ਲੋਕਾਂ ਦੀ ਗੱਲ ਹੋਵੇਗੀ, ਪੇਂਡੂ ਖਿੱਤੇ ਦੇ ਲੋਕਾਂ ਦੀ ਗੱਲ ਹੋਵੇਗੀ, ਉੱਥੇ ਗਰੀਬ ਗੁਰਬੇ ਦੇ ਲੋਕਾਂ ਦੀ ਗੱਲ ਹੋਵੇਗੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਦੇ ਤਨ ਤੇ ਕੱਪੜੇ ਵੀ ਨਹੀਂ ਹੁੰਦੇ, ਉਹਨਾਂ ਨੂੰ ਕਈ ਵਾਰੀ ਆਪਾਂ ਜਿਹੜੀਆਂ ਸਟੇਜੀ ਗੱਲਾਂ ਕਰਕੇ ਸੁਣਾ ਕੇ ਪਰਾਂ ਜਾਂਦੇ, ਉਹਨਾਂ ਤੋਂ ਪਰਾਂ ਹਟ ਕੇ ਮੈਂ ਕੁਛ ਵੱਖਰਾ ਲਿਖਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਵਧੀਆ ਜੀ। ਤੇ ਹੁਣ ਜਿਵੇਂ ਜਿਹੜਾ ਪੂਰਾ ਵਿਸ਼ਵ ਆ ਇੱਕ ਮਹਾਮਾਰੀ ਨਾਲ ਜੂਝ ਰਿਹਾ, ਤੇ ਤੁਸੀਂ ਵੀ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਪਾਈ ਜਾ ਰਹੀ ਆ, ਤੁਸੀਂ ਪਿੰਡਾਂ ਦੇ ਵਿੱਚ ਵਿਚਰਦੇ ਹੋ, ਲੋਕਾਂ ਦੇ ਨਾਲ, ਮਰੀਜ਼ਾਂ ਦੇ ਨਾਲ ਵਿਚਰਦੇ ਹੋ, ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਅੱਜ ਕੱਲ੍ਹ? ਮਤਲਬ ਕੀ ਲੱਗਦਾ ਤੁਹਾਨੂੰ ਇਹ ਸਾਰਾ ਕੁਝ? ਜਿਹੜੀ ਮਹਾਮਾਰੀ ਇਸ ਨੂੰ ਐਲਾਨਿਆ ਗਿਆ ਕਰੋਨਾ ਨਾਂ ਦੀ ਇਸ ਵਾਇਰਸ ਕਰਕੇ ਹੋ ਰਹੀ ਬਿਮਾਰੀ ਨੂੰ, ਤਾਂ ਇਹ ਜਿਹੜਾ ਵਾਇਰਸ ਹੈ ਇਹ ਇੱਕ ਸ਼ਹਿਰ ਦੀ ਗੱਲ ਨਹੀਂ, ਇੱਕ ਪਿੰਡ ਦੀ ਗੱਲ ਨਹੀਂ, ਇਹ ਤਾਂ ਸਮੁੱਚੇ ਵਰਲਡ ਦੀ ਗੱਲ ਆ। ਤੇ ਜਦੋਂ ਅਜਿਹੇ ਵਰਲਡ ਦੀ ਗੱਲ ਹੁੰਦੀ ਆ ਤਾਂ ਉੱਥੇ ਹੈਰਾਨ ਹੋਣਾ, ਤਾਂ ਇੱਕ ਡਰ ਹੋਣਾ, ਇੱਕ ਮਨ ਦੇ ਵਿੱਚ ਡਰ ਪੈਦਾ ਹੋਣਾ, ਉਹ ਤਾਂ ਇੱਕ ਗੱਲ ਜਿਹੜੀ ਆ ਵੱਖਰੀ ਸਾਰਿਆਂ ਨੂੰ ਹੀ ਸਮਝ ਲੈਣੀ ਚਾਹੀਦੀ ਆ ਕਿ ਜੇ ਸਰਕਾਰਾਂ ਸਮਝਾ ਰਹੀਆਂ ਜਾਂ ਲੋਕਾਂ ਨੂੰ ਲੋਕਡਾਊਨ ਕੀਤਾ ਗਿਆ ਤਾਂ ਉਹਨਾਂ ਗੱਲਾਂ ਦਾ ਜਿਹੜਾ ਬਹੁਤ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਆ। ਕਿ ਮੈਂ ਸਮਝਦਾ ਗੱਲ ਕਿ ਜੇ ਲੋਕਡਾਊਨ ਨਾ ਹੋਇਆ ਹੁੰਦਾ ਤਾਂ ਸ਼ਾਇਦ ਸਾਡੀ ਬਿਮਾਰੀ ਜਿਹੜੀ ਆ ਸਾਡੇ ਦੇਸ਼ ਵਿੱਚ ਇਹ ਚਾਈਨਾ, ਅਮਰੀਕਾ, ਕੈਨੇਡਾ ਨਾਲੋਂ ਵੀ ਵੱਧ ਹੁੰਦੀ, ਕਿਉਂਕਿ ਸਾਡਾ ਦੇਸ਼ ਤਾਂ ਉਹਨਾਂ ਨਾਲ, ਮੈਂ ਇੱਕ ਆਰਥਿਕ ਪੱਖ ਦੀ ਗੱਲ ਨਹੀਂ ਕਰਦਾ, ਸਾਡਾ ਦੇਸ਼ ਉਹਨਾਂ ਦੇਸ਼ਾਂ ਨਾਲੋਂ ਕੁਝ ਜ਼ਿਆਦਾ ਪਿੱਛੇ ਆ। ਜਿਹਦੇ ਵਿੱਚ ਅਜੇ ਤੱਕ ਸਾਨੂੰ ਜਿਹੜੀਆਂ ਉਹ ਮੈਡੀਕਲ ਦੇ ਨਾਲ ਸੰਬੰਧਿਤ ਮਾਸਕ, ਸੈਨੀਟਾਈਜ਼ਰ ਜਾਂ ਵੈਂਟੀਲੇਟਰ ਆਦਿ ਜਿਹੀਆਂ ਵੀ ਸਹੂਲਤਾਂ ਪੂਰੀਆਂ ਨਹੀਂ, ਤਾਂ ਅਸੀਂ ਉਹਨਾਂ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਤਾਂ ਚਲੋ ਕੁਛ ਜਿਹੜਾ ਲੋਕਡਾਊਨ ਦੀ ਜਿਹੜੀ ਜ਼ਰੂਰਤ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਉਹਦੇ ਨਾਲ ਜਿਹੜੀ ਇਹ ਬਿਮਾਰੀ ਥੋੜ੍ਹੀ ਘਟੀ ਆ। ਪਰ ਇਹ ਬਿਮਾਰੀ ਨੂੰ ਐਵੇਂ ਨਹੀਂ ਲਿਆ ਜਾਣਾ ਚਾਹੀਦਾ, ਕਿਉਂਕਿ ਇਹ ਵਾਇਰਸ ਜਿਹੜਾ ਆਇਆ ਵਾ ਇਹ ਇੱਕ ਲੁਕਵੇਂ ਰੂਪ 'ਚ ਆਇਆ, ਇਹ ਇੱਕ ਜੰਗ ਆ ਜਿਹੜੀ ਦੇਸ਼ ਦੇ ਨਾਲ ਲੜੀ ਜਾ ਰਹੀ ਆ, ਵਰਲਡ ਦੇ, ਜਿਹਨੂੰ ਵਰਲਡ ਵਾਰ ਕਿਹਾ ਜਾ ਸਕਦਾ। ਤੇ ਵਰਲਡ ਵਾਰ ਜਿਹੜੀ ਆ ਇਹ ਇਸ ਨੂੰ ਬੜੀ ਸੂਝ ਦੇ ਨਾਲ ਲੜਨਾ, ਜੂਝਣਾ ਪੈਣਾ। ਇਹਦੇ ਨਾਲ ਇੱਕ ਫੌਜੀ ਦੀ ਤਰ੍ਹਾਂ, ਇੱਕ ਜਰਨੈਲਾਂ ਦੀ ਤਰ੍ਹਾਂ, ਯੋਧਿਆਂ ਦੀ ਤਰ੍ਹਾਂ, ਕਿਉਂਕਿ ਇਹ ਲੁਕਵੇਂ ਰੂਪ 'ਚ ਆਇਆ ਦੁਸ਼ਮਣ, ਤੇ ਇਹਨੂੰ ਆਪਾਂ ਜਿਹੜਾ ਵਾ ਇਹਦਾ ਮੁਕਾਬਲਾ ਡਟ ਕੇ ਕਰਨਾ ਤੇ ਸੂਝ ਤੇ ਸਮਝਦਾਰੀ ਨਾਲ ਕਰਨਾ। ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਸਾਰੇ ਜਿਹੜੇ ਮਾਪਦੰਡ ਨੇ ਉਹਨਾਂ ਨੂੰ ਬਣਾਉਂਦੇ ਹੋਏ ਘਰਾਂ 'ਚ ਰਹਿਣ ਤੇ ਸੇਫ ਰਹਿਣ। ਇਸ ਸਮੇਂ ਜਿਹੜਾ ਇਹ ਲੋਕਡਾਊਨ ਆ, ਕਿਉਂਕਿ ਜਿਹੜੇ ਸਰਦੇ ਪੁੱਜਦੇ ਘਰ ਆ ਜਾਂ ਉਹ ਪਰਿਵਾਰ ਹੈ ਜਿਨ੍ਹਾਂ ਦੀ ਕੋਈ ਹੈ ਨਹੀਂ ਆ, ਖਾਣ ਪੀਣ ਦੀ ਸਮੱਸਿਆ ਨਹੀਂ ਆ, ਉਹਨਾਂ ਦੀ ਗੱਲ ਤੇ ਵੱਖਰੀ ਆ। ਪਰ ਜਿਹੜੇ ਲੋਕ ਰੋਜ਼ ਕਮਾਉਂਦੇ ਆ, ਹੈਂਡ ਟੂ ਮਾਊਥ ਨੇ, ਉਹ ਕਮਾਉਣਾ, ਉਹ ਖਾਣਾ, ਉਹਨਾਂ ਦੀਆਂ ਕਿੱਦਾਂ ਦੀਆਂ ਮੁਸ਼ਕਲਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਆ ਰਹੀਆਂ ਤੁਹਾਡੇ ਹਿਸਾਬ ਦੇ ਨਾਲ ਅੱਜ ਕੱਲ੍ਹ? ਬਿਲਕੁਲ ਗੁਰਬਾਜ ਜੀ, ਮੁਸ਼ਕਲਾਂ ਜਿਹੜੀਆਂ ਖਾਣ ਪੀਣ ਦੀਆਂ ਸਮੱਸਿਆਵਾਂ, ਤਾਂ ਜਿਹੜਾ ਇੱਕ ਮਜ਼ਦੂਰ ਆ ਉਹ ਦਿਹਾੜੀ ਕਰਕੇ ਆਉਂਦਾ ਸੀ, ਰਾਤ ਨੂੰ ਕਮਾਉਂਦਾ ਸੀ ਕੋਈ 10-20 ਰੁਪਏ ਦੀਆਂ ਵੱਖ-ਵੱਖ ਚੀਜ਼ਾਂ ਲੈ ਕੇ, ਉਹ ਰੋਜ਼ਾਨਾ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਨੂੰ ਤੇ ਆਪ ਖਾਂਦਾ ਸੀ। ਪਰ ਜਿਸ ਤਰ੍ਹਾਂ ਸਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ, ਜੇ ਉਹ ਜਿਉਂਦੇ ਰਹੇ ਤਾਂ ਖਾ ਵੀ ਲੈਣਗੇ, ਕਮਾ ਵੀ ਲੈਣਗੇ। ਸਭ ਤੋਂ ਜ਼ਰੂਰੀ ਆ ਉਹਨਾਂ ਦਾ ਜੀਵਨ ਬਚਾਉਣਾ, ਤੇ ਜੀਵਨ ਬਚਾਉਣ ਦੇ ਲਈ ਕੁਝ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਉਹਨਾਂ ਦੇ ਘਰ ਘਰ ਰੋਟੀ ਪਾਣੀ ਦਾ ਜਿਹੜਾ ਉਹ ਰਾਸ਼ਨ ਰਸਦ ਪਹੁੰਚਾ ਰਹੀਆਂ ਨੇ, ਉਹਨਾਂ ਦਾ ਸ਼ਲਾਘਾਯੋਗ ਕਦਮ ਆ। ਪਰ ਅਜੇ ਵੀ ਜਿਸ ਤਰ੍ਹਾਂ ਭੱਠਿਆਂ ਵਾਲੇ ਆ, ਜਿਸ ਤਰ੍ਹਾਂ ਝੁੱਗੀਆਂ ਵਾਲੇ ਆ, ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਦੂਜਿਆਂ ਸੂਬਿਆਂ ਤੋਂ ਆ ਕੇ ਸਾਡੇ ਇੱਥੇ ਮਿਹਨਤ ਮੁਸ਼ੱਕਤ ਕਰਦੇ ਆ, ਉਹਨਾਂ ਤੱਕ ਪੂਰਾ ਰੋਟੀ ਪਾਣੀ ਜਿਹੜਾ ਨਹੀਂ ਪੁੱਜਦਾ ਹੋ ਰਿਹਾ। ਇੱਦਾਂ ਇੰਨੇ ਵੱਡੇ ਦੇਸ਼ ਦੇ ਵਿੱਚ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ, ਵੱਖ-ਵੱਖ ਜਾਤੀਆਂ ਪਾਤੀਆਂ ਦੇ ਲੋਕ ਰਹਿੰਦੇ ਨੇ, ਪਰ ਇੱਥੇ ਅੱਜ ਵੀ ਕਈ ਲੋਕੀ ਮੈਂ ਸਮਝਦਾ ਕਿ ਉਹ ਰੋਟੀ ਤੋਂ ਬਿਨਾਂ ਜਿਹੜੇ ਰਾਤ ਨੂੰ ਸੌਂਦੇ ਨੇ, ਉਹਨਾਂ ਤੱਕ ਰੋਟੀ ਪਹੁੰਚਾਉਣਾ ਜਿਹੜੀ ਬਹੁਤ ਜ਼ਰੂਰੀ ਤੇ ਅਹਿਮ ਗੱਲ ਹੈ। ਜਿਵੇਂ ਸਰਕਾਰਾਂ ਜਾਂ ਕਹਿ ਲਈਏ ਤੁਸੀਂ ਸਿਆਸਤ ਨਾਲ ਵੀ ਜੁੜੇ
ਸਰੋਕਾਰ ਸਿਆਸੀ ਸਰੋਕਾਰਾਂ ਨਾਲ ਵੀ ਜੁੜਦੇ ਜੇ ਕਿਉਂਕਿ ਪੱਤਰਕਾਰ ਹੋ, ਤੇ ਜਿੰਨੀ ਸ਼ਿੱਦਤ ਦੇ ਨਾਲ ਵੋਟਾਂ ਵੇਲੇ ਸਿਆਸੀ ਆਗੂ ਜਾਂ ਸਿਆਸੀ ਪਾਰਟੀਆਂ ਲੋਕਾਂ ਦੇ ਕਰਨੀਆਂ ਕਈ ਵਾਰੀ ਦਿਹਾੜੀ ਦੇ ਵਿੱਚ ਕਰ ਜਾਂਦੀਆਂ, ਉਹਨਾਂ ਦੀ ਦੁੱਖ ਸੁੱਖ ਦੀ ਆਪਣੇ ਆਪ ਨੂੰ ਸ਼ੋਅ ਕਰਦੇ ਆ ਕਿ ਅਸੀਂ ਬਹੁਤ ਉਹਨਾਂ ਦੇ ਦੁੱਖ ਸੁੱਖ ਦੇ ਭਾਈ ਵਾਲੇ, ਕਿ ਅੱਜ ਵੀ ਉਸੇ ਸ਼ਿੱਦਤ ਦੇ ਨਾਲ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਰਿਹਾ ਜਾਂ ਉਹਨਾਂ ਨੂੰ ਹੱਲ ਕਰਨ ਦੀ ਸਿਆਸੀ ਬੰਦਿਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਉਹ ਸਿਰਫ ਖਾਣਾ ਪੂਰਤੀ ਕਰ ਰਹੇ ਤੁਹਾਡੇ ਸਾਹਮਣੇ? ਨਹੀਂ, ਇਹ ਗੁਰਬਾਜ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅੱਜ ਇਹ ਬਿਲਕੁਲ ਖਾਣਾ ਪੂਰਤੀ ਕੀਤੀ ਜਾ ਰਹੀ ਹੈ, ਕਿਉਂਕਿ ਇਹ ਲੋਕ ਆਮ ਲੋਕਾਂ ਨਾਲੋਂ ਵੱਧ ਡਰੇ ਹੋਏ ਨੇ। ਆਮ ਲੋਕਾਂ ਨਾਲੋਂ ਵੱਧ ਡਰ ਕੇ ਘਰਾਂ 'ਚ ਇਹ ਤਾਂ ਮੋਬਾਈਲ ਚੁੱਕਣਾ ਵੀ ਪਸੰਦ ਨਹੀਂ ਕਰਦੇ। ਉਹ ਲੋਕਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਸਾਡੇ ਲੀਡਰ ਨੇ, ਸਾਡੇ MLAs ਨੇ, ਸਾਡੇ ਜਿਹੜੇ ਲੋਕ ਸਭਾ ਮੈਂਬਰ ਨੇ, ਇਹ ਜਿੱਥੇ ਸਿਰਫ ਇਹ ਹਵਾਈ ਗੱਲਾਂ ਕਰਦੇ ਨੇ, ਪਰ ਇਹ ਲੋਕਾਂ ਦਾ ਆਮ ਲੋਕਾਂ ਦੇ ਵਿੱਚ ਵਿਚਰ ਕੇ ਤਾਂ ਕੀ ਇਹ ਆਮ ਲੋਕਾਂ ਦਾ ਫੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਦੇ। ਤੇ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ, ਜਿਸ ਤਰ੍ਹਾਂ ਹੋਰਨਾਂ ਰਾਜਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ, ਜਿਸ ਤਰ੍ਹਾਂ ਮੈਂ ਨਾ ਲਵਾਂ ਕਿਉਂਕਿ ਸਰਕਾਰੀ ਸਿਆਸੀ ਸਰੋਕਾਰਾਂ ਦੀ ਗੱਲ ਕੀਤੀ ਜਾ ਰਹੀ ਆ। ਕਈ ਰਾਜਾਂ ਦੇ ਵਿੱਚ ਮਰਨ ਵਾਲੇ ਨੂੰ ਕਰੋੜ ਰੁਪਈਆ ਦਿੱਤਾ ਜਾ ਰਿਹਾ, ਤੇ ਸਾਡਾ ਇੱਕ ACP ਮਰਿਆ ਪਿਛਲੇ ਦਿਨ, ਉਹਨੂੰ ਪਰਿਵਾਰ ਨੂੰ 50 ਲੱਖ ਰੁਪਈਆ ਦਿੱਤਾ ਜਾ ਰਿਹਾ। ਕਿਤੇ ਨਾ ਕਿਤੇ ਤਾਂ ਇਹ ਸਾਡੀ ਸਰਕਾਰ ਦੀ ਜਿਹੜੀ ਆ ਇਹ ਘਾਟ ਜਿਹੜੀ ਆ ਰੜਕਦੀ ਆ ਲੋਕਾਂ ਨੂੰ। ਮਰਨ ਵਾਲਿਆਂ ਜਿਹੜੇ ਅੱਜ ਜੰਗ ਦੇ ਮੁਹਾਜ਼ ਤੇ ਖੜੇ ਨੇ, ਅਹਿਮ ਹੌਟਸਪੌਟ ਤੇ ਲੜ ਰਹੇ ਨੇ ਲੋਕ, ਉਹਨਾਂ ਲੋਕਾਂ ਨੂੰ ਜਿਹੜੀ ਬਹੁਤ ਵੱਡੀ ਸਹੂਲਤ ਦਿੱਤੀ ਜਾਣੀ ਚਾਹੀਦੀ ਆ। ਹੋਰਨਾਂ ਕੰਮਾਂ ਨੂੰ ਪਿੱਛੇ ਛੱਡ ਕੇ ਮਰਨ ਵਾਲੇ ਲੋਕਾਂ ਨੂੰ ਉਹਨਾਂ ਦਾ ਮਰਨਾ, ਅੱਜ ਇੱਕ ਗੁਰਬਾਜ ਜੀ ਹੋਰ ਗੱਲ ਹੈ, ਮਰਨਾ ਵੀ ਲੋਕਾਂ ਦਾ ਖਰਾਬ ਹੋ ਰਿਹਾ, ਕਿਉਂਕਿ ਜਿੱਥੇ ਪਰਿਵਾਰਕ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ। ਸਾਡੇ ਪੰਜਾਬ 'ਚ 3-4 ਕੇਸ ਇਹੋ ਜਿਹੇ ਆਏ, ਲੁਧਿਆਣੇ 'ਚ ਆਏ, ਅੰਮ੍ਰਿਤਸਰ 'ਚ ਇੱਕ ਕੇਸ ਆਇਆ, ਜਿਹੜੇ ਕਿ ਉਹਨਾਂ ਦੇ ਪਰਿਵਾਰ ਦੇ ਲੋਕਾਂ ਨੇ ਲਾਸ਼ ਲੈਣੋਂ ਇਨਕਾਰ ਕਰ ਦਿੱਤਾ। ਜਿਹੜੇ ਜ਼ਿੰਦਗੀ ਸਾਰੀ ਆਪਣੇ ਪਰਿਵਾਰ ਲਈ ਲੜਦੇ ਰਹੇ, ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰ ਦਾ ਮੂੰਹ ਵੇਖਣਾ ਨਸੀਬ ਨਹੀਂ, ਆਪਣੇ ਪਰਿਵਾਰ ਦਾ ਮੋਢਾ ਦੇਣਾ ਵੀ ਉਹਨਾਂ ਨੂੰ ਲਾਸ਼ਾਂ ਨੂੰ ਨਸੀਬ ਨਹੀਂ ਹੋਇਆ। ਇਹ ਇੱਕ ਬੜਾ ਮੰਦਭਾਗਾ ਰੁਝਾਨ ਪੈਦਾ ਹੋਇਆ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਜਿਹੜੇ ਲੋਕ ਧਾਰਮਿਕ ਬਿਰਤੀ ਦੇ ਲੋਕ ਸੀ, ਇੱਕ ਵੱਖਰੀ ਕਿਸਮ ਦੇ ਲੋਕ ਸਮਝੇ ਜਾਂਦੇ ਨੇ, ਪਰ ਇਹ ਤਾਂ ਬਹੁਤ ਜ਼ਿਆਦਾ ਕਿਰਤਕਲ ਨਿਕਲੇ। ਇਹ ਗੱਲ ਤੇ ਮੈਂ ਕਹਿੰਦਾ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ, ਮੋਢੀ ਮੈਂਬਰਾਂ ਨੂੰ ਜਿਹੜਾ ਮੋਢਾ ਦੇਣ ਤੋਂ ਵੀ ਗੁਰੇਜ਼ ਕੀਤਾ, ਇਹ ਕਿਤੇ ਨਾ ਕਿਤੇ ਜਾਂ ਤੇ ਸਰਕਾਰਾਂ ਦੀ ਨਲਾਇਕੀ ਹੈ ਜਾਂ ਲੋਕਾਂ ਦੀ ਨਲਾਇਕੀ ਆ ਕਿ ਇਹਦਾ ਪ੍ਰਭਾਵ ਜਿਹੜਾ ਡਰ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਪੈਦਾ ਹੋਇਆ ਉਹਨੂੰ ਕੱਢਿਆ ਨਹੀਂ ਗਿਆ। ਤੇ ਜਿਵੇਂ ਹੁਣ ਕਣਕ ਦੀ ਵਾਢੀ ਬਿਲਕੁਲ ਸਿਰ ਤੇ ਆ, ਤੁਸੀਂ ਲੋਕਾਂ 'ਚ ਵਿਚਰਦੇ ਹੋ, ਖੁਦ ਵੀ ਕਿਸਾਨ ਵੀ ਹੋ ਨਾਲ ਦੀ ਨਾਲ, ਤੇ ਇਹ ਕਣਕ ਦੀ ਵਾਢੀ ਸਿਰ ਤੇ ਆ। ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਚਲੇ ਗਏ ਤੇ ਵਾਪਸ ਨਹੀਂ ਆ ਸਕੇ, ਆਪਣੇ ਘਰਾਂ ਨੂੰ ਚਲੇ ਗਏ ਤੇ ਵਾਪਸ ਨਹੀਂ ਆ ਸਕੇ, ਜਾਂ ਉਹਨਾਂ ਨੂੰ ਉਹ ਡਰਦੇ ਹੋਏ ਚਲੇ ਗਏ ਇੱਥੋਂ। ਇੱਥੇ ਕੀ ਤੁਸੀਂ ਸਮਝਦੇ ਕਿ ਸਰਕਾਰ ਕੋਲ ਇੰਨੀ ਸਮਰੱਥਾ ਜਾਂ ਇੰਨੀ ਜਿਹੜੀ ਆ ਉਹ ਵਿਲ ਪਾਵਰ ਹੈਗੀ ਆ ਕਿ ਉਹ ਇਹ ਕਣਕ ਨੂੰ ਚੰਗੀ ਤਰ੍ਹਾਂ ਸੰਭਾਲ ਪਾਊਗੀ, ਜਾਂ ਇਹ ਲੰਬੇ ਲੋਕਡਾਊਨ ਦੇ ਜਿਹੜਾ ਅਜੇ ਹੋਰ ਵੀ ਚੱਲ ਸਕਦਾ ਹੈ, ਇਹਦੇ ਬਾਅਦ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਆਰਥਿਕਤਾ ਨੂੰ ਕਿਸ ਤਰ੍ਹਾਂ ਦੀ ਸੱਟ ਵੱਜੂਗੀ ਜਾਂ ਕਿੱਦਾਂ ਦੀ ਢਾਹ ਲੱਗੂਗੀ, ਕੀ ਨਤੀਜੇ ਨਿਕਲਣਗੇ? ਨੇ ਜਿਹੜੀ ਆਪਣੀ ਆਰਥਿਕਤਾ ਦੀ ਗੱਲ ਹੈ, ਜਿੱਥੇ ਉਹ ਤਾਂ ਪੂਰੇ ਵਰਲਡ ਦੇ ਵਿੱਚ ਹੀ ਡਾਵਾਡੋਲ ਹੋ ਗਈ, ਕਿਉਂਕਿ ਬਹੁਤ ਵੱਡੇ ਦੇਸ਼ ਜਿਹੜੇ ਆ ਉਹਨਾਂ ਦੀ ਜਿਹੜੀ ਇਕੋਨਮੀ ਆ ਹਿੱਲ ਕੇ ਰਹਿ ਗਈ ਆ, ਤੇ ਸਾਡਾ ਦੇਸ਼ ਜਿਹੜਾ ਇੰਡੀਆ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਤਾਂ ਇੱਥੇ ਤਾਂ ਪਹਿਲਾਂ ਹੀ ਜਿਹੜੀ ਬੜੀ ਵੱਡੀ ਗਰੋਥ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ, ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ, ਤਾਂ ਇੱਥੇ ਜਿਹੜੀ ਮਜ਼ਦੂਰਾਂ ਦੀ ਸਥਿਤੀ ਆ ਜਾਂ ਕਿਸਾਨਾਂ ਦੀ ਗੱਲ ਹੈ, ਤੇ ਕਿਸਾਨ ਨੇ ਖੁਦਕੁਸ਼ੀਆਂ ਮੈਂ ਆਸ ਕਰ ਸਕਦਾ ਕਿ ਪਹਿਲਾਂ ਨਾਲੋਂ ਵਧਣਗੀਆਂ, ਕਿਉਂਕਿ ਉਹਨਾਂ ਨੂੰ ਇੰਨੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿੰਨੀਆਂ ਸਹੂਲਤਾਂ ਦੀ ਲੋੜ ਆ। ਉਹਨਾਂ ਦੀ ਜਿਹੜੀ ਫਸਲ ਆ ਉਹ ਖੇਤਾਂ ਦੇ ਵਿੱਚੋਂ ਚੁੱਕੀ ਜਾਣੀ ਚਾਹੀਦੀ ਸੀ, ਉਹਨਾਂ ਦੀ ਫਸਲ ਉਹਨਾਂ ਦੇ ਕਿਸਾਨਾਂ ਦੇ ਘਰ 'ਚ ਚੁੱਕੀ ਜਾਣੀ ਚਾਹੀਦੀ ਸੀ। ਕਿਸਾਨਾਂ ਨੂੰ ਘਰਾਂ 'ਚ ਅੰਦਰ ਲੋਕਡਾਊਨ ਕਰਕੇ ਸਰਕਾਰ ਇਹ ਪ੍ਰਬੰਧ ਕਰਦੀ ਕਿ ਉਹਨਾਂ ਦੀ ਫਸਲ ਜਿਹੜੀ ਆ ਉਹਨਾਂ ਦੇ ਘਰਾਂ 'ਚ ਚੁੱਕ ਕੇ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਪੈਸੇ ਜਿਹੜੇ ਅਗਲੇ ਦਿਨ ਪੈਸੇ ਮਿਲਣੇ ਚਾਹੀਦੇ ਸੀ। ਉਹਨਾਂ ਦੇ ਨਾਲ ਜਿੱਥੇ ਕਿਸਾਨ ਦੇ ਨਾਲ ਇੱਕ ਮਜ਼ਦੂਰ ਜੁੜਿਆ ਹੁੰਦਾ, ਉਹ ਮਜ਼ਦੂਰੀ ਵੀ ਜਿਹੜੀ ਮਜ਼ਦੂਰ ਦੀ ਆਂਦੇ ਮਿਹਨਤ ਉਹਦੀ ਮੁੜਕਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਆ, ਤੇ ਉਹਦੀ ਜਿਹੜੀ ਮਿਹਨਤ ਕਿਸਾਨ ਤਾਂ ਹੀ ਦੇਊਗਾ ਜੇ ਕਿਸਾਨ ਦੀ ਜੇਬ 'ਚ ਪੈਸੇ ਆਉਣਗੇ। ਇਸ ਲਈ ਇਹ ਬੜਾ ਜ਼ਰੂਰੀ ਸੀ ਕਿ ਇਹ ਜਿਹੜੀ ਫਸਲਾਂ ਵਾ ਕਿਸਾਨਾਂ ਦੇ ਘਰਾਂ 'ਚ ਚੁੱਕੀਆਂ ਜਾਂਦੀਆਂ ਤੇ ਉਹ ਮੰਡੀਆਂ 'ਚ ਉਹਨਾਂ ਨੂੰ ਰੁਲਣਾ ਨਾ ਪੈਂਦਾ। ਜਿਸ ਤਰ੍ਹਾਂ ਕੱਲ੍ਹ ਬਾਰਿਸ਼ ਹੋ ਗਈ, ਅੱਜ ਫੇਰ ਬਾਰਿਸ਼ ਹੋ ਗਈ, ਇਹਦੇ ਨਾਲ ਜਿਹੜਾ ਕਿਸਾਨੀ ਜਿਣਸ ਆ, ਕਣਕ ਜਿਹੜੀ ਆ ਉਹ ਸਿੱਲੀ ਹੋ ਗਈ, ਗਿੱਲੀ ਹੋ ਗਈ, ਉਹਦੇ ਨਾਲ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਕਿਸਾਨਾਂ ਦਾ ਹੋਇਆ। ਤੇ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ, ਪਰ ਇਹਨਾਂ ਨੇ ਦੇਣਾ ਨਹੀਂ, ਕਿਉਂਕਿ ਸਰਕਾਰ ਜਿਹੜੀ ਆ ਉਹ ਹਮੇਸ਼ਾ ਬਹਾਨੇ ਬਣਾਉਂਦੀ।
ਬਹੁਤ ਬਹੁਤ ਧੰਨਵਾਦ ਜੀ ਗਿੱਲ ਸਾਹਿਬ, ਤੁਸੀਂ ਵਡਮੁੱਲੇ ਵਿਚਾਰ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਡੇ ਚੈਨਲ ਦੇ ਰਾਹੀਂ ਪੂਰੇ ਜਗ ਜ਼ਾਹਰ ਕੀਤਾ। ਸੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ। ਅਗਲੇ ਹਫ਼ਤੇ ਫਿਰ ਮਿਲਾਂਗੇ। ਧੰਨਵਾਦ ਜੀ। ਧੰਨਵਾਦ ਜੀ। ਕਮੀਆਂ ਦੇ ਵਿਹੜੇ ਦਾ ਚਾਨਣ ਸੰਤ ਰਾਮ ਉਦਾਸੀ। ਬਹੁਤ ਸਾਰੇ ਗਾਇਕ ਸਾਰੀ ਉਮਰ ਗਾਉਂਦੇ ਰਹਿੰਦੇ ਨੇ, ਪਰ ਉਹਨਾਂ ਨੂੰ ਲੋਕ ਗਾਇਕ ਦਾ ਰੁਤਬਾ ਹਾਸਲ ਨਹੀਂ ਹੁੰਦਾ। ਉਹ ਲੱਖ ਆਪਣੇ ਨਾਲ ਲੋਕ ਗਾਇਕ ਲਿਖੀ ਜਾਂਦੇ ਨੇ, ਪਰ ਲੋਕਾਂ 'ਚ ਪ੍ਰਵਾਨਗੀ ਨਹੀਂ ਮਿਲਦੀ। ਸਾਰੀ ਉਮਰ ਕਵੀ ਟੇਰਾਂ ਦੇ ਟੇਰ ਵਰਗੇ ਕਾਲੇ ਕਰਕੇ ਤੁਰ ਜਾਂਦੇ ਨੇ ਇਸ ਜਹਾਨ ਤੋਂ, ਪਰ ਲੋਕਾਂ ਵਿੱਚ ਪ੍ਰਵਾਨਗੀ ਨਹੀਂ ਮਿਲਦੀ ਤੇ ਲੋਕ ਕਵੀ ਨਹੀਂ ਕਹਿਲਾ ਸਕਦੇ। ਕਿਸੇ ਵਿਰਲੇ ਟਾਵੇਂ ਨੂੰ ਇਹ ਸ਼ਰਫ ਹਾਸਲ ਹੁੰਦਾ ਹੈ। ਆਪਣੇ ਜਿੰਦੇ ਜੀ ਲੋਕ ਕਵੀ ਦਾ ਮਕਾਮ ਹਾਸਲ ਕਰਨ ਵਾਲਾ ਕਵੀ ਸੰਤ ਰਾਮ ਉਦਾਸੀ ਹੋਇਆ, ਜਿਹੜਾ ਅੱਜ ਵੀ ਲੋਕਾਂ ਦੇ ਧੁਰ ਮਸਤਕ ਵਿੱਚ ਵਸਿਆ ਹੋਇਆ ਹੈ। ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਪਿੰਡ ਰਾਏਸਰ, ਜ਼ਿਲ੍ਹਾ ਬਰਨਾਲਾ ਵਿੱਚ ਪੈਦਾ ਹੋਇਆ। ਇੱਕ ਗਰੀਬ ਦਲਿਤ ਕਿਰਤੀ ਪਰਿਵਾਰ ਸੀ, ਜਿਹਦੇ ਵਿੱਚ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ। ਉਹਨੇ ਨੰਗੇ ਪੈਰ ਪਸ਼ੂ ਚਾਰੇ, ਆਪ ਮਿਹਨਤ ਮੁਸ਼ੱਕਤ ਕਰਕੇ ਪੜ੍ਹਾਈ ਕੀਤੀ ਤੇ 10ਵੀਂ ਕਰਨ ਉਪਰੰਤ ਆਪਣੇ ਲਾਗਲੇ ਪਿੰਡ ਬਖਤਗੜ੍ਹ ਤੋਂ JPT ਦੀ ਪੜ੍ਹਾਈ ਪਾਸ ਕੀਤੀ। ਫਿਰ ਉਹ ਅਧਿਆਪਕ ਲੱਗ ਗਏ। ਪਹਿਲਾ ਜਿਹੜਾ ਗੀਤ ਉਹਨਾਂ ਨੇ ਗਾਇਆ ਸੀ ਉਹ ਆਪਣੇ JPT ਕਰਦਿਆਂ ਹੀ ਗਾਇਆ ਸੀ, ਜਿਹਨੂੰ ਮਗਰੋਂ ਉਹਨਾਂ ਨੇ ਰੇਡੀਓ ਸਟੇਸ਼ਨ ਦੇ ਉੱਤੇ ਪੇਸ਼ ਕੀਤਾ ਤੇ ਬੜੀ ਲੋਕਾਂ ਦੀ ਵਾਹ ਖੱਟੀ। ਨੌਕਰੀ ਮਿਲਣ ਮਗਰੋਂ ਜਦੋਂ ਸਾਈਕਲ ਤੇ ਨੌਕਰੀ ਕਰਨ ਜਾਂਦਾ ਹੁੰਦਾ ਸੀ ਤਾਂ ਰਾਹ ਵਿੱਚ ਖੇਤਾਂ 'ਚ ਕੰਮ ਕਰਦੇ ਕਾਮਿਆਂ ਦੀ ਫਰਮਾਇਸ਼ ਤੇ ਸਾਈਕਲ ਦਾ ਸਟੈਂਡ ਲਾਉਣਾ ਤੇ ਉੱਥੇ ਗੀਤ ਗਾਉਣੇ ਸ਼ੁਰੂ ਕਰ ਦੇਣੇ। ਖੈਰ, ਉਹਦੀ ਲਿਖਣੀ ਉੱਤੇ ਸਿੱਖ ਇਤਿਹਾਸ ਦੇ ਜੁਝਾਰੂ ਵਿਰਸੇ ਦਾ ਪ੍ਰਭਾਵ ਜਿਹੜਾ ਸੀ ਉਹ ਪ੍ਰਤੱਖ ਨਜ਼ਰ ਆਉਂਦਾ ਸੀ। ਇਸ ਨੂੰ ਆਧਾਰ ਬਣਾ ਕੇ ਉਹਨੇ ਤੰਗੀਆਂ ਤਰੁਸ਼ੀਆਂ ਵਿੱਚ ਜੀਵਨ ਬਤੀਤ ਕਰ ਰਹੇ ਕਿਰਤੀ ਕਾਮਿਆਂ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਪ੍ਰੇਰਦੇ ਗੀਤ ਰਚੇ। ਲੋਕਾਂ ਦੀਆਂ ਸਮਾਜਿਕ ਤੇ ਆਰਥਿਕ ਤੰਗੀਆਂ ਤੇ ਨਾ ਬਰਾਬਰੀ ਦੇ ਸਮਾਜ ਦੀ ਤਬਦੀਲੀ ਦਾ ਸੁਨੇਹਾ ਇਹਨਾਂ ਗੀਤਾਂ ਵਿੱਚੋਂ ਮਿਲਦਾ ਹੈ। ਪੰਜਾਬ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦ ਪ੍ਰਚਲਿਤ ਕਵਿਤਾ ਤੋਂ ਹਟ ਕੇ ਜੁਝਾਰੂ ਕਵਿਤਾ ਦਾ ਸੂਰਜ ਉਦੇ ਹੋਇਆ ਸੀ, ਜਦ ਨਕਸਲਵਾੜੀ ਮੂਵਮੈਂਟ ਪੰਜਾਬ ਵਿੱਚ ਚੱਲੀ ਸੀ। ਇਹਨਾਂ ਕਵੀਆਂ ਵਿੱਚੋਂ ਅਵਤਾਰ ਪਾਸ਼, ਦਰਸ਼ਨ ਖਟਕੜ, ਲਾਲ ਸਿੰਘ ਦਿਲ, ਇਹਨਾਂ ਸਮੇਤ ਹੋਰ ਬਹੁਤ ਸਾਰੇ ਕਵੀ ਸਨ ਜਿਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਜੁਝਾਰੂ ਸੁਨੇਹੇ ਦਿੱਤੇ ਸੀਗੇ। ਇਸੇ ਦਰਮਿਆਨ ਹੀ ਆਪਣੀ ਕਵਿਤਾ ਨੂੰ ਲਿਖਣ ਉਪਰੰਤ ਰੋਲੀ ਆਵਾਜ਼ ਵਿੱਚ ਗਾ ਕੇ ਜੋ ਰੁਤਬਾ ਸੰਤ ਰਾਮ ਉਦਾਸੀ ਨੂੰ ਹੋਇਆ ਸੀ, ਉਹਨਾਂ ਰੁਤਬਾ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਿਆ ਤੇ ਉਹ ਜੁਝਾਰੂ ਕਵਿਤਾ ਦਾ ਇੱਕ ਵੱਡਾ ਥੰਮ ਬਣ ਗਿਆ। ਉਹਦੇ ਬੋਲ ਲੋਕ ਦੁਸ਼ਮਣਾਂ ਦੀ ਹਿੱਕ ਵਿੱਚ ਗੋਲੀ ਵਾਂਗ ਵੱਜਦੇ ਤੇ ਅੱਖਾਂ ਵਿੱਚ ਸੂਲਾਂ ਵਾਂਗ ਚੁਭਦੇ ਸੀ। ਲਕਸ਼ਮੀ ਨੈਣ ਨਾਲ ਜੁੜੇ ਹੋਣ ਕਰਕੇ ਉਹਦੀ ਕਵਿਤਾ ਵਿੱਚੋਂ ਲੋਕ ਦੁਸ਼ਮਣਾਂ ਵੱਲੋਂ ਲਤਾੜੇ ਵਰਗ ਲਈ ਦਰਦ ਟੁੱਲ ਪੈਂਦਾ ਸੀ। ਉਹਦੀ ਕਵਿਤਾ ਮਹਾਨਗਰ ਦੀ ਕਿਸੇ ਕਾਫੀ ਹਾਊਸ ਵਿੱਚ ਜਨਮ ਨਹੀਂ ਸੀ ਲੈਂਦੀ, ਸਗੋਂ ਨੰਗੇ ਪੈਰੀ ਨੰਗ ਤੜੰਗੇ ਜ਼ਿੰਦਗੀ ਲਈ ਸੰਘਰਸ਼ ਕਰਦੇ ਦੱਬੇ ਕੁਚਲੇ ਲੋਕਾਂ ਦੇ ਵਿੱਚ ਵਿਚਰਦਿਆਂ ਉਗਮਦੀ ਸੀ। ਉਹਦੇ ਗੀਤਾਂ ਵਿੱਚ ਜ਼ੋਰਾਵਰਾਂ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਹੁੰਦੀ ਖੇਤਾਂ ਵਿੱਚ ਘਾਹ ਖੋਦਦੀ ਗਰੀਬ ਪਰਿਵਾਰ ਦੀ ਧੀ ਦਾ ਹੋਕਾ ਸੀ। ਉਹਦੇ ਗੀਤ ਲੋਕ ਹੱਕਾਂ ਲਈ ਜੂਝਦੇ ਖਾਲਸੇ ਵੱਲੋਂ ਦਿੱਲੀ ਨੂੰ ਵੰਗਾਰਦੇ ਕਹਿੰਦੇ ਨੇ ਕਿ ਦਿੱਲੀ ਇਹ ਦਿਆਲਾ ਵੇਖ ਦੇਗ 'ਚ ਉਬਲਦਾ ਨਹੀਂ, ਅਜੇ ਤੇਰਾ ਦਿਲ ਨਾ ਠਰੇ, ਮਤੀ ਦਾਸ ਤਾਈਂ ਚੀਰ ਆਰੇ ਵਾਂਗੂ ਜੀਭ ਤੇਰੀ, ਅਜੇ ਮਨ ਮੱਤੀਆਂ ਕਰੇ। ਉਹ ਪੰਜਾਬ ਦੇ ਬੁੱਧੀਜੀਵੀ ਵਰਗ ਨੂੰ ਵੰਗਾਰਦਾ ਹੈ। ਉਹ ਆਪਣੀਆਂ ਲਿਖਤਾਂ ਵਿੱਚ ਕਮੀਆਂ ਦੇ ਵਿਹੜੇ ਦੀ ਤਾਰੀਫ ਨੂੰ ਸ਼ਾਮਲ ਕਰੇ। ਉਹ ਉਹਨਾਂ ਨੂੰ ਕਹਿੰਦਾ ਹੈ, ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਬੇਸੂਰਜਾ ਕਮੀਆਂ ਦੇ ਵਿਹੜੇ। ਲੋਕ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਜੀ ਕਿਹਾ ਕਰਦੇ ਸਨ ਕਿ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਮਗਰੋਂ ਕੇਵਲ ਸੰਤ ਰਾਮ ਉਦਾਸੀ ਹੀ ਅਜਿਹਾ ਕਵੀ ਹੋਇਆ ਹੈ ਜਿਸ ਨੇ ਦਲਿਤ ਵੇਦਨਾ ਤੇ ਲੋਕਾਂ ਦੇ ਦੁੱਖ ਸੁੱਖ ਨੂੰ ਉੱਚੀ ਸੁਰ ਵਿੱਚ ਚੁੱਕਿਆ ਹੈ। ਉਦਾਸੀ ਨੂੰ ਆਪਣੀ ਬੇਬਾਕੀ ਨਾਲ ਗੱਲ ਨੂੰ ਉਜਾਗਰ ਕਰਨਾ ਆਉਂਦਾ ਸੀ। ਇਸੇ ਕਰਕੇ ਸਮੇਂ ਦੀਆਂ ਹਾਕਮਾਂ ਦੇ ਜ਼ਬਰ ਦਾ ਸ਼ਿਕਾਰ ਹੋਣਾ ਪਿਆ। ਉਹਨੂੰ ਜੇਲ੍ਹਾਂ ਵਿੱਚ ਅਣਗਿਣਤ ਤਸੀਹੇ ਦਿੱਤੇ ਗਏ,
ਜਿੱਥੇ ਉਹ ਆਪਣੀ ਅੱਖਾਂ ਦੀ ਜੋਤ ਵੀ ਗਵਾ ਬੈਠਾ। ਵੈਸੇ ਉਹ ਨਾਮਧਾਰੀ ਲਹਿਰ ਤੋਂ ਵੀ ਪ੍ਰਭਾਵਿਤ ਸੀ, ਜਿਹਦੇ ਅਧੀਨ ਉਹਨੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਨੂੰ ਆਪਣੇ ਗੀਤਾਂ ਵਿੱਚ ਚਿਤਰਿਆ ਸੀ। ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਸਾਹਿਬਜ਼ਾਦੇ, ਮਾਤਾ ਗੁਜਰੀ ਨਾਲ ਸੰਬੰਧਿਤ ਉਹਨਾਂ ਦੇ ਗੀਤ ਦਿਲ ਨੂੰ ਧੂ ਪਾਉਂਦੇ ਨੇ। ਇਹੋ ਜਿਹੇ ਗੀਤ ਕੋਈ ਵਿਰਲਾ ਟਾਵਾਂ ਹੀ ਰਚਦਾ ਹੈ। ਉਹਦੀ ਕਵਿਤਾ ਵਿੱਚ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਰੰਗ ਰੇਟੇ ਗੁਰੂ ਕੇ ਬੇਟੇ ਦਾ ਜ਼ਿਕਰ ਬੜੀ ਸ਼ਿੱਦਤ ਨਾਲ ਆਉਂਦਾ ਹੈ। ਇਹੋ ਜਿਹਾ ਜ਼ਿਕਰ ਕਰਨਾ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ। ਬੰਦਾ ਬਹਾਦਰ ਦਾ ਸਾਥ ਛੱਡ ਕੇ ਜਾਣ ਵਾਲੇ ਵਿਨੋਦ ਸਿੰਘ ਬਾਬੇ ਦੀ ਦੁਚਿੱਤੀ ਨੂੰ, ਉਹ ਇੱਕ ਇਤਿਹਾਸਕ ਸੱਚ ਹੈ ਜਿਸ ਨੂੰ ਉਹ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਂਦੇ ਹਨ। ਉੱਥੇ ਸੰਤ ਰਾਮ ਉਦਾਸੀ ਲਿਖਦਾ ਹੈ, ਇਹਨਾਂ ਥੱਕਿਆਂ ਜ਼ਖਮੀਆਂ ਭੁੱਖਿਆਂ ਤੋਂ ਜੇਕਰ ਸਾਡਾ ਵੀ ਮੁੱਕੇ ਵਿਸ਼ਵਾਸ ਸਿੰਘਾ, ਇਹਨਾਂ ਥੱਕਿਆਂ ਜ਼ਖਮੀਆਂ ਭੁੱਖਿਆਂ ਤੋਂ ਜੇਕਰ ਸਾਡਾ ਵੀ ਮੁੱਕੇ ਵਿਸ਼ਵਾਸ ਸਿੰਘਾ, ਭਲਾ ਆਉਣ ਵਾਲੇ ਲੋਕ ਲੀਡਰਾਂ ਤੇ ਲੋਕੀ ਕਰਨਗੇ ਕਿਵੇਂ ਵਿਸ਼ਵਾਸ ਸਿੰਘਾ। ਉਹ ਆਪਣੀ ਲੋਕ ਗੀਤ ਆਪਣੇ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀਆਂ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹਦੀ ਕਵਿਤਾ ਹੌਕੇ ਦਾ ਰੂਪ ਲੈਂਦੀ ਹੈ ਜਦ ਉਹ ਕਹਿੰਦਾ ਹੈ ਕਿ ਸਾਡੇ ਪਿੰਡ ਵਿੱਚ ਤੇਰੇ ਗਲ ਚੀਥੜੇ ਨੀ ਮੇਰੀ ਜਵਾਨ ਕਣਕੇ, ਕੱਲ ਸ਼ਾਹਾਂ ਦੇ ਗਦਾਮ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ। ਧੀਆਂ ਪੁੱਤਾਂ ਵਾਂਗ ਹੱਥੀਂ ਪਾਲੀ ਕਣਕ ਦਾ ਸ਼ਾਹੂਕਾਰ ਵੱਲੋਂ ਲੁੱਟੇ ਜਾਣ ਦਾ ਸ਼ਿਕਾਰ ਹੋਇਆ ਜੱਟ ਆਪਣੇ ਕੰਮ ਨੂੰ ਹੌਕੇ ਵਿੱਚ ਲਾਈ ਹਾਕ ਵਿੱਚ ਕਹਿੰਦਾ ਹੈ, ਗਲ ਲੱਗ ਕੇ ਸਿਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀ, ਤੂੜੀ ਵਿੱਚੋਂ ਪੁੱਤ ਜੱਗਿਆ। ਸੰਤ ਰਾਮ ਉਦਾਸੀ ਵਿਦੇਸ਼ਾਂ ਵਿੱਚ ਗਮਨ ਕਰਨ ਵੀ ਗਏ ਸਨ। ਨਕਸਲਬੜੀ ਲਹਿਰ ਦਰਮਿਆਨ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨ ਦੀ ਭੈਣ ਆਪਣੇ ਪਿੰਡ ਵਿੱਚ ਚੂੜੀਆਂ ਵੇਚਦੇ ਵਣਜਾਰੇ ਨੂੰ ਕਹਿੰਦੀ ਹੈ, ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਵਣਜਾਰਿਆ। ਸਾਡੇ ਪਿੰਡਾਂ 'ਚ ਤਾਂ ਸਾਉਣ 'ਚ ਵੀ ਹੋਕਾ, ਸਾਡੇ ਪਿੰਡਾਂ 'ਚ ਤਾਂ ਸਾਉਣ 'ਚ ਵੀ ਸੋਕਾ, ਸੋਕਾ ਵੇ ਵੀਰਾ ਵਣਜਾਰਿਆ। ਦਿੱਲੀ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ, ਦਿੱਲੀ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ, ਆਈ ਅਕੜ ਮੱਤਾ ਮੇਰੀ ਭਾਬੀ ਨੂੰ ਵਰਾਨ ਵੇ, ਜਿਹਦੇ ਚਾਵਾਂ ਦਾ ਤਾਂ ਹੋ ਗਿਆ ਈ ਟੋਕਾ, ਟੋਕਾ ਵੇ ਵੀਰਾ ਵਣਜਾਰਿਆ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਵਣਜਾਰਿਆ। ਕੈਨੇਡਾ ਵਿੱਚ ਵੀ ਉਹਨਾਂ ਨੇ ਆਪਣੇ ਫੇਰੇ ਪਾਏ, ਇੱਥੇ ਲੋਕਾਂ ਨੂੰ ਆਪਣੀ ਸ਼ਾਇਰੀ ਨਾਲ ਸ਼ਰਸ਼ਾਰ ਕੀਤਾ, ਗੀਤ ਗਾਏ ਉਹਨਾਂ ਨੇ। ਕੈਨੇਡਾ ਦੇ ਵਿੱਚ ਪਾਨਾ ਨਾਂ ਦੀ ਜਥੇਬੰਦੀ ਨੇ ਪਹਿਲੀ ਵਾਰ 80ਵੀਆਂ ਦੇ ਦੌਰ ਦੇ ਵਿੱਚ ਉਹਦੀ ਆਵਾਜ਼ ਵਿੱਚ ਇੱਕ LP ਰਿਕਾਰਡ ਕੱਢਿਆ ਸੀ। ਉਹਨੇ ਸਾਰੀ ਉਮਰ ਆਪਣੇ ਲੋਕਾਂ ਵਿੱਚ ਗੁਜ਼ਾਰੀ ਸੀ, ਅਤੇ ਕੈਨੇਡਾ ਫਿਰੀ ਮੌਕੇ ਹੀ ਉਹਨੇ ਆਪਣੀ ਜਨਮ ਭੂਮੀ ਦੇ ਹੇਰਵੇ ਨੂੰ ਇੱਕ ਗੀਤ ਵਿੱਚ ਇੰਝ ਲਿਖਿਆ ਸੀ, ਕਰੇ ਜੋਦੜੀ ਨੀ ਇੱਕ ਦਰਵੇਸ਼, ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼। ਮੈਨੂੰ ਜੁੜਿਆ ਜੜ੍ਹਾਂ ਦੇ ਨਾਲ ਰਹਿਣ ਦੇ, ਮੁੱਲ ਮੰਡੀ ਵਿੱਚ ਪੈਂਦਾ ਘੱਟ ਪੈਣ ਦੇ, ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਮੇਰੇ ਰਹਿਣ ਦੇ ਹਵਾਏ ਮੈਨੂੰ ਦੇਸ਼। ਕਰੇ ਜੋਦੜੀ ਨੀ ਇੱਕ ਦਰਵੇਸ਼, ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼। ਸੰਤ ਰਾਮ ਉਦਾਸੀ ਨੇ ਆਪਣੇ ਜੀਵਨ ਦਾ ਸਫ਼ਰ 11 ਅਗਸਤ 1986 ਨੂੰ ਹਜ਼ੂਰ ਸਾਹਿਬ ਨੇੜਵੇ ਮਨਮਾੜ ਰੇਲਵੇ ਸਟੇਸ਼ਨ 'ਤੇ ਮੁਕਾਇਆ। ਉਹਨਾਂ ਦੀਆਂ ਕਾਵਿ ਰਚਨਾਵਾਂ ਬਹੁਤ ਸਾਰੀਆਂ ਪੁਸਤਕਾਂ ਵਿੱਚ ਦਰਜ ਹਨ। ਉਹਨਾਂ ਦੀ ਕਵਿਤਾਵਾਂ, ਉਹਨਾਂ ਦੀਆਂ ਪੁਸਤਕਾਂ ਮਹਾਨ ਸਾਹਿਤ ਦਾ ਦਰਜਾ ਰੱਖਦੀਆਂ ਨੇ। ਉਹਨਾਂ ਦੀਆਂ ਕਵਿਤਾਵਾਂ ਜੋ ਉਹਨਾਂ ਵੇਲੇ ਉਹਨਾਂ ਦੇ ਹੁੰਦਿਆਂ ਹੀ ਛਪੀਆਂ ਸਨ, ਲਹੂ ਭਿੱਜੇ ਬੋਲ, ਚੌ ਨੁਕਰੀਆਂ ਸਿੱਖਾਂ, ਸੈਨਤਾਂ ਤੇ ਕਮੀਆਂ ਦਾ ਵਿਹੜਾ। ਸੰਤ ਰਾਮ ਉਦਾਸੀ ਨੂੰ ਪਹਿਲੀ ਵਾਰੀ ਗਾਉਂਦਿਆਂ ਸੁਣਦਾ ਸੀ ਜਿਹੜਾ, ਤਾਂ ਉਹਦੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਸਨ। ਸੰਗੀਤ ਅਜਿਹਾ ਸੰਗੀਤ ਸੀ ਜੋ ਜ਼ਿੰਦਗੀ ਦੇ ਦਰਦ ਤੇ ਰੋਹ ਦਾ ਸ਼ਾਨਦਾਰ ਸੁਮੇਲ ਸੀ। ਸਾਨੂੰ ਉਹ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਜਸਵੰਤ ਕੰਵਲ ਹੋਣਾ ਲਿਖਿਆ ਸੀ ਕਿ ਸੰਤ ਰਾਮ ਉਦਾਸੀ ਟੁੱਟੀਆਂ ਆਰਥਿਕ ਸ਼੍ਰੇਣੀਆਂ ਵਿੱਚ ਵੰਗਾਰ ਕੇ ਹਥਿਆਰ ਚੁੱਕ ਨਿਖਰਵਾ ਸੂਰਮਾ ਉੱਠਿਆ ਸੀ। ਉਹਦੀ ਬਹਾਦਰ ਤੇ ਜੇਰੇ ਜੁਰਤ ਵਾਲੀ ਕਰਨੀ ਨੇ ਕਮਜ਼ੋਰ ਤੇ ਦੱਬੀਆਂ ਕੁਚਲੀਆਂ ਸ਼੍ਰੇਣੀਆਂ ਨੂੰ ਦਲੇਰੀ ਨਾਲ ਆਜ਼ਾਦੀ ਦੇ ਰਾਹ ਪਾਇਆ। ਤੂੰ ਚੜਿਆ ਤਰਤ ਆਕਾਸ਼ ਰੋਸ਼ਨ ਹੋਏ,
ਤੂੰ ਗਰੀਬ ਘਰਾਂ ਤੇ ਦਲੇਰ ਦਿਲਾਂ ਨੂੰ ਸਦਾ ਚਾਨਣ ਦਿੰਦਾ, ਤਵਰੀਖ ਦਾ ਸੁਲਤਾਨ ਜਨਮਿਆ ਸੀ। ਪ੍ਰਿੰਸੀਪਲ ਸਰਵਨ ਸਿੰਘ ਨੇ ਲਿਖਿਆ ਕਿ ਉਸ ਦੀ ਮਲਵਈ ਲਹਿਜੇ ਵਾਲੀ ਗਰਾਰੀਦਾਰ ਆਵਾਜ਼ ਦੀਆਂ ਤਰੰਗਾਂ ਨਾਲ ਚਾਰ ਚਫੇਰਾ ਲਰਜ਼ ਉੱਠਦਾ। ਉਹ ਬਾਹਰੋਂ ਖੁੱਗ ਕੇ ਲਿਆਂਦੀ ਪਰਾਈ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਨਹੀਂ, ਸਗੋਂ ਪੰਜਾਬ ਦੀ ਧਰਤੀ ਵਿੱਚੋਂ ਉੱਗੀ ਆਪਣੀ ਸਿੱਖ ਵਿਚਾਰਧਾਰਾ ਦੇ ਅਨੁਕੂਲ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਸੀ। ਉਹ ਗੁਰੂ ਦੇ ਸਿੰਘਾਂ ਨੂੰ ਨਕਸਲਬਾੜੀਏ ਤੇ ਨਕਸਲਬਾੜੀਆਂ ਨੂੰ ਗੁਰੂ ਦੇ ਸਿੰਘ ਸਮਝਦਾ ਸੀ। ਖੈਰ, ਉਹ ਲੋਕਾਂ ਦਾ ਮਾਨਮੱਤਾ ਸ਼ਾਇਰ ਸੰਤ ਰਾਮ ਉਦਾਸੀ, ਜੋ ਅੱਜ ਵੀ ਸਾਡੇ ਅੰਗ ਸੰਗ ਹੈ, ਆਪਣੇ ਗੀਤਾਂ ਰਾਹੀਂ ਉਹ ਆਪਣੇ ਜਿਉਂਦੇ ਜੀ ਵਸੀਅਤ ਵੀ ਕਰ ਗਿਆ ਸੀ ਕਿ ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਸਤੇ, ਜਿਸ ਦਾ ਹੈ ਪੰਧ ਪਿਖੜਾ ਉਸੇ ਹੀ ਰਾਹ ਲਿਜਾਇਓ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ। ਸੰਤ ਰਾਮ ਉਦਾਸੀ ਸਾਡੇ ਅੰਗ ਸੰਗ ਹੈ, ਲੋਕਾਂ ਦਾ ਸ਼ਾਇਰ, ਲੋਕਾਂ ਦਾ ਕਵੀ। ਉਹਦੀ ਉਮਰ ਭਰ ਲੋਕਾਂ ਦੀ ਭਲਾਈ ਲਈ, ਉਹਨਾਂ ਮਿਹਨਤ ਕਸ਼ਾਂ ਦੀ ਆਵਾਜ਼ ਬਣਨ ਲਈ ਕੀਤੀ ਘਾਲਣਾ ਨੂੰ ਸਾਡਾ ਸਲਾਮ ਹੈ। ਹਾਜ਼ਰੀਨ, ਮੁੜ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲੋਕ ਆਵਾਜ਼ ਦੇ ਵਿੱਚ। ਆਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਹੋਵੇਗਾ, ਜਿੱਥੇ ਗੱਲਾਂ ਕਰੀਏ ਮੂੰਹ 'ਤੇ ਹੈ, ਖਾਸ ਮੁਲਾਕਾਤ, ਵਿਚਾਰ ਚਰਚਾ। ਅਸੀਂ ਤੁਹਾਡੇ ਲਈ ਹਰ ਵਾਰ ਇੱਕ ਨਵਾਂ ਵਿਸ਼ਾ ਲੈ ਕੇ ਆਉਂਦੇ ਹਾਂ। ਮੇਰਾ ਖਿਆਲ ਹੈ ਕਿ ਤੁਹਾਨੂੰ ਜ਼ਰੂਰ ਹੀ ਚੰਗਾ ਲੱਗਾ ਹੋਵੇਗਾ। ਤੇ ਹਾਜ਼ਰੀਨ, ਇਹ ਕਰੋਨਾ ਵਾਇਰਸ ਦੇ ਵਿੱਚ ਬਾਰ-ਬਾਰ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਜਿੱਥੇ ਸਰਕਾਰਾਂ ਇੰਨਾ ਕਦਮ ਪੁੱਟ ਰਹੀਆਂ ਨੇ, ਤੁਸੀਂ ਵੀ ਆਪਣਾ ਫਰਜ਼ ਜ਼ਰੂਰ ਬਣਦਾ ਅਦਾ ਕਰੋ। ਸਰਕਾਰ ਇਸ ਵੇਲੇ ਸਾਡੀ ਕੈਨੇਡਾ ਦੀ ਸਰਕਾਰ ਹੈ, ਜੋ ਉਹ ਇਸ ਵੇਲੇ ਐਮਰਜੈਂਸੀ ਫੰਡਸ ਦੇ ਨਾਲ ਸਾਡੇ ਲੋਕਾਂ ਦੀ ਬਾਂਹ ਫੜ ਰਹੀ ਹੈ। ਉਹ ਚੰਗੀ ਗੱਲ ਹੈ। ਜਿਹੜਾ ਕਰੋਨਾ ਦੇ ਕਰਕੇ ਘਰਾਂ ਦੇ ਵਿੱਚ ਕੈਦ ਹੈ ਕੋਈ ਵੀ ਵਿਅਕਤੀ, ਉਸ ਨੂੰ $2000 ਮਹੀਨੇ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਜਾ ਰਹੀ ਹੈ। ਸੋ ਅਸੀਂ ਸਾਥ ਦੇਈਏ ਸਰਕਾਰ ਦਾ ਕਿ ਸਾਡਾ ਸਾਥ ਅਸੀਂ ਇਸ ਤਰ੍ਹਾਂ ਹੀ ਦੇ ਸਕਦੇ ਹਾਂ ਕਿ ਅਸੀਂ ਘਰ ਤੋਂ ਨਾ ਬਾਹਰ ਨਿਕਲੀਏ ਤਾਂ ਇਸ ਨੂੰ ਹੋਰ ਫੈਲਣ ਦੇ ਵਿੱਚ ਸਹਾਈ ਨਾ ਹੋਈਏ। ਮੇਰੀ ਇਲਤਜਾ ਹੈ, ਬੇਨਤੀ ਹੈ ਸਭ ਨੂੰ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਆਪਣੇ ਕੰਮ ਕਰ ਲਵੋ। ਪਿੱਛੇ ਕੋਈ ਵਾਰੀ ਬਗੀਚੀ ਹੁੰਦੀ ਹੈ ਘਰ ਦੇ ਵਿੱਚ, ਉਹਦਾ ਕੰਮ ਕਰ ਸਕਦੇ ਹਨ। ਥੋੜ੍ਹਾ ਜਿਹਾ ਮੌਸਮ ਹੀ ਖੁੱਲ੍ਹ ਰਿਹਾ ਹੈ, ਪਿੱਛੇ ਸਬਜ਼ੀਆਂ ਲੱਗਦੀਆਂ ਹਨ, ਫੁੱਲ ਬੂਟੇ ਲੱਗਦੇ ਹਨ, ਅੱਗੇ ਲੱਗਦੇ ਹਨ, ਘਾਹ ਘੂ ਜਿਹਾ ਦਰੁਸਤ ਕਰ ਲੈਂਦੇ ਹਾਂ, ਸਹਿ ਕਰਦੇ ਰਹਿੰਦੇ ਹਾਂ ਕੰਮ। ਹੋਰ ਕੀ ਕਰ ਸਕਦੇ? ਕੋਈ ਨਿੱਕਾ ਮੋਟਾ ਕਿਲਕਾਂਟਾ ਲਾਉਣ ਵਾਲਾ ਆ, ਕੁੰਡੀ ਠੀਕ ਕਰਨ ਵਾਲੀ ਹੈ, ਕਈ ਕੁਛ ਨਿੱਕੇ ਨਿੱਕੇ ਜਿਹੇ ਕੰਮ ਨਿਕਲ ਆਉਂਦੇ ਨੇ। ਗਰਾਜ ਦੇ ਵਿੱਚ ਕਈ ਵਾਰੀ ਕੰਮ ਹੁੰਦਾ ਹੈ, ਕਈ ਵਾਰੀ ਬੇਸਮੈਂਟ 'ਚ ਕੰਮ ਹੁੰਦਾ, ਚੱਲ ਫਿਰ ਕਿਤੇ ਵਿਹਲੇ ਫੁਰਸਤ ਵੇਲੇ ਕਰ ਲਵਾਂਗੇ। ਸੋ ਇਹ ਵਧੀਆ ਹੈ। ਸਫਾਈ ਇੱਕ ਵਧੀਆ ਤਰੀਕਾ ਹੈ। ਚੰਗੀ ਤਰ੍ਹਾਂ ਕਈ ਚੀਜ਼ਾਂ ਸਾਡੇ ਖੱਲਾਂ ਖੂੰਜਿਆਂ 'ਚ ਪਈਆਂ ਹੀ ਰਹਿੰਦੀਆਂ, ਉਹਨਾਂ ਨੂੰ ਅਸੀਂ ਫੋਲਣ ਦਾ ਨਾਂ ਨਹੀਂ ਲੈਂਦੇ, ਉਹਨਾਂ ਦੀ ਮੁਰੰਮਤ ਸਫਾਈ ਕੀਤੀ ਜਾ ਸਕਦੀ ਹੈ। ਸੋ ਖਾਸ ਕਰਕੇ ਕਿਤਾਬਾਂ ਜ਼ਰੂਰ ਪੜ੍ਹੋ, ਕਿਉਂਕਿ ਕਿਤਾਬਾਂ ਸਾਨੂੰ ਜੀਵਨ ਜਾਂਚ ਦੀ ਸੇਧ ਦਿੰਦੀਆਂ ਨੇ। ਕਿਤਾਬਾਂ ਦੇ ਵਿੱਚੋਂ ਸਾਨੂੰ ਅਜਿਹਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਦੁਨੀਆ 'ਚ ਕਿਤੇ ਵੀ ਨਹੀਂ ਪ੍ਰਾਪਤ ਹੁੰਦਾ, ਭਾਵੇਂ ਕਿਸੇ ਵੀ ਜਗ੍ਹਾ 'ਤੇ ਚਲੇ ਜਾਓ, ਕਿਉਂਕਿ ਉਸਤਾਦ ਜੋ ਹਨ ਅਸੀਂ ਉਹਨਾਂ ਦੀ ਉਂਗਲੀ ਫੜ ਕੇ ਸਕੂਲੀ ਵਿੱਦਿਆ ਹਾਸਲ ਕੀਤੀ ਹੈ। ਪਰ ਸਮਾਜ ਦੀ ਜਿਹੜੀ ਸਿੱਖਿਆ ਹੈ, ਜਿਹੜੀ ਸਮਾਜ ਦੀ ਵਿੱਦਿਆ ਹੈ, ਇਹਦੇ ਵਿੱਚ ਵਿਚਰਨ ਦਾ ਢੰਗ ਹੈ ਜੋ ਉਹ ਸਾਨੂੰ ਸਾਹਿਤਕ ਕਿਤਾਬਾਂ ਵਿੱਚੋਂ ਮਿਲਦਾ ਹੈ ਜਾਂ ਸਮਾਜਿਕ ਵਿਸ਼ਿਆਂ ਦੇ ਉੱਤੇ ਲਿਖੀਆਂ ਕਿਤਾਬਾਂ ਦੇ ਵਿੱਚੋਂ ਮਿਲਦਾ ਹੈ। ਇਨੀ ਦਿਨੀ ਜ਼ਰੂਰ ਹੀ ਤੁਸੀਂ ਕਿਤਾਬਾਂ ਪੜ੍ਹੋ। ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹਦੇ ਵਿੱਚ ਬਹੁਤ ਢੇਰ ਸਾਰੀਆਂ ਕਿਤਾਬਾਂ ਉਪਲਬਧ ਹਨ। ਸਾਡੇ ਵੱਡੇ ਵੱਡੇ ਜਿਹੜੇ ਲੇਖਕ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਯੋਗ ਹਨ। ਪੁਰਾਣੇ ਜਿਹੜੇ ਲੇਖਕ ਨੇ, ਨਾਨਕ ਸਿੰਘ, ਸੁਰਜੀਤ ਪਾਤਰ, ਜਸਵੰਤ ਕੰਵਲ, ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਪਾਸ਼, ਜੈਮਲ ਪੱਡਾ, ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਰਾਈਟਰ ਹਨ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਸੇਧ ਲੈ ਸਕਦੇ ਹਾਂ। ਨਵੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਜੀਵਨ ਦੇ ਵਿੱਚੋਂ ਅਸੀਂ ਸਿੱਖ ਸਕਦੇ ਹਾਂ। ਅੱਜ ਕੱਲ੍ਹ ਦੇ ਉੱਤੇ ਤਾਂ ਜੇ ਤੁਹਾਡੇ ਕੋਲ ਫਿਜ਼ੀਕਲੀ ਕਿਤਾਬ ਨਹੀਂ ਵੀ ਹੈਗੀ ਤਾਂ ਵੈਬਸਾਈਟ ਦੇ ਉੱਤੇ ਤੁਹਾਨੂੰ ਕਿਤਾਬ ਲੱਭ ਜਾਣੀ ਹੈ। ਤੁਸੀਂ ਉੱਥੋਂ ਕਿਤਾਬ ਲੈ ਕੇ ਪੜ੍ਹੋ, ਗਿਆਨ 'ਚ ਵਾਧਾ ਕਰਨਾ ਹੈ। ਹਾਂ, ਜੇ ਤੁਸੀਂ ਸੋਚ ਰਹੇ ਹੋ ਕਿ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤੇ ਤੁਸੀਂ ਮੇਰੇ ਨਾਲ
ਗੱਲਬਾਤ ਕਰ ਲੈਣੀ ਹੈ। ਮੈਂ ਤੁਹਾਨੂੰ ਵਧੀਆ ਸੇਵਾਵਾਂ ਦੇ ਕੇ ਤੁਹਾਡੇ 4 ਪੈਸੇ ਬਚਾ ਕੇ ਦਿਆਂਗਾ ਤੁਹਾਨੂੰ। ਜੇ ਤੁਹਾਡਾ ਘਰ ਕਿਤੇ ਨਹੀਂ ਵਿਕਦਾ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ, ਕਿਉਂਕਿ ਮੈਂ ਬਹੁਤ ਲੰਮੇ ਸਮੇਂ ਤੋਂ ਹੋਮ ਲਾਈਫ ਸਿਲਵਰ ਸਿਟੀ ਨਾਲ ਬਤੌਰ ਬ੍ਰੋਕਰ ਕੰਮ ਕਰ ਰਿਹਾ ਹਾਂ ਔਰ ਵਧੀਆ ਸੇਵਾਵਾਂ ਤੁਹਾਨੂੰ ਦੇਣ ਦਾ ਵਾਅਦਾ ਕਰਦਾ ਹਾਂ। ਕਮਿਟਮੈਂਟ ਹੈ ਮੇਰੀ ਓਨੈਸਟੀ ਦੀ ਔਰ ਰਿਲਾਇਬਿਲਟੀ ਹੈ ਮੇਰੀ। ਮੈਂ ਤੁਹਾਨੂੰ ਸ਼ੁੱਧ ਤੇ ਇਮਾਨਦਾਰ ਸੇਵਾਵਾਂ ਦੇਵਾਂਗਾ। 416 319 0551 ਨੰਬਰ ਹੈ ਮੇਰਾ। ਕਿਤੇ ਘਰ ਲਿਸਟ ਕਰਨਾ ਹੈ ਤਾਂ ਮੈਨੂੰ ਕਾਲ ਕਰ ਲੈਣਾ। ਜੇ ਇੰਸ਼ੋਰੈਂਸ ਦੀ ਵੀ ਕੋਈ ਸੇਵਾ ਚਾਹੀਦੀ ਹੈ ਤਾਂ ਮੈਨੂੰ ਕਾਲ ਕਰ ਲਿਓ। RES ਵੀ ਕਰਾਉਣੀ ਹੈ ਜਾਂ ਸੁਪਰਵਾਈਜ਼ਰ ਲੈਣਾ ਹੈ ਜਾਂ ਕੋਈ ਵੀ ਹੈਲਥ ਦੀ ਕਵਰੇਜ ਕਰਾਉਣੀ ਹੈ ਤੇ ਮੈਨੂੰ ਫੋਨ ਕਰ ਲੈਣਾ ਹੈ। 416 319 0551 ਹੈ। ਔਰ ਰੀਅਲ ਸਟੇਟ ਦੀ ਮੇਰੀ ਜਿਹੜੀ ਸਾਈਟ ਹੈ, ਵੈਬਸਾਈਟ, ਉਹ ਹੈ hirarandhawa.com HIRARANDHAWA.com। ਇਹ ਪੂਰਾ ਇੱਕੋ ਹੀ ਲਫ਼ਜ਼ ਹੈ, hirarandhawa.com ਇਕੱਠਾ ਹੈ। ਇਸ ਨੂੰ ਤੁਸੀਂ ਟਾਈਪ ਕਰਕੇ ਗੂਗਲ ਦੇ ਵਿੱਚ ਵੇਖ ਲੈਣਾ ਹੈ। ਬਹੁਤ ਸਾਰੀਆਂ ਪ੍ਰਾਪਰਟੀਜ਼ ਤੁਹਾਨੂੰ ਵੀ ਉੱਥੇ ਮਿਲ ਜਾਣੀਆਂ ਹੈ। ਇੱਕ ਸੇਵਾ ਦਾ ਜ਼ਰੂਰ ਮੌਕਾ ਦਿਓ ਔਰ ਮੈਨੂੰ ਧੰਨਵਾਦੀ ਬਣਾਓ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਅਗਲੇ ਹਫਤੇ ਇੱਕ ਨਵਾਂ ਨਵੇਕਲਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗਾ। ਤਬ ਤੱਕ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।